ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੀਆਂ ਪ੍ਰਮੁੱਖ ਖਬਰਾਂ, ਅੱਜ ਦੀਆਂ ਸੁਰਖੀਆਂ, ਅੱਜ ਦੀਆਂ ਉਹ ਖਬਰਾਂ ਜਿਹੜੀਆਂ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਵਿੱਚ ਛਪੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਲਈ, ਜਿਨ੍ਹਾਂ ਗੱਲਾਂ ਦੇ ਉੱਤੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਕੈਨੇਡਾ ਦੇ ਵਿੱਚ ਅੱਜ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਜਦੋਂ ਅਸੀਂ ਅੱਜ ਦੀਆਂ 4-5 ਪ੍ਰਮੁੱਖ ਅਖਬਾਰਾਂ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਂਝੀਆਂ ਹੁੰਦੀਆਂ, ਜਿਨ੍ਹਾਂ ਬਾਰੇ ਗੱਲਾਂ ਬਾਤਾਂ ਚੱਲਦੀਆਂ ਨੇ। ਫਰੰਟਲਾਈਨ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਉਹ ਗੱਲਾਂ ਬਾਤਾਂ, ਉਹ ਮੁੱਦੇ ਸਾਂਝੇ ਕਰਦੇ ਹਾਂ। ਲਗਾਤਾਰ ਪਿਛਲੇ ਦਿਨਾਂ ਤੋਂ ਜਦੋਂ ਦਾ ਅਮਰੀਕਾ ਦਾ ਬਾਰਡਰ ਖੋਲ੍ਹਿਆ, ਇੱਕ ਖਬਰ ਬਾਰ-ਬਾਰ ਸਾਡੇ ਸਾਹਮਣੇ ਆ ਰਹੀ ਹੈ ਕਿ ਟੈਸਟ ਜਿਹੜਾ ਹੈ, ਕੋਵਿਡ ਟੈਸਟ ਹਟਾਉਣਾ ਚਾਹੀਦਾ, ਔਰ ਆਸ ਕੀਤੀ ਜਾ ਰਹੀ ਸੀ ਹੁਣ ਤੱਕ ਕਿ ਟੈਸਟ ਹਟ ਜਾਣਾ, ਇਹ ਰਿਕੁਆਇਰਮੈਂਟ ਹਟ ਜਾਣੀ ਹੈ। ਜਦੋਂ ਅਮਰੀਕਾ ਜਾ ਕੇ ਵਾਪਸ ਤੁਸੀਂ ਕੈਨੇਡਾ ਦੇ ਵਿੱਚ ਆਉਂਦੇ ਹੋ, ਤੁਹਾਨੂੰ ਕੋਵਿਡ-19 ਟੈਸਟ ਦੀ ਲੋੜ ਨਹੀਂ ਰਹਿਣੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਹਦੇ ਨਾਲ ਕੁਝ ਹੋਰ ਤਰੀਕੇ ਸਾਹਮਣੇ ਆ ਰਹੇ ਆ, ਕੁਝ ਹੋਰ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਕਿ ਬਹੁਤ ਸਾਰੇ ਲੋਕ, ਉਹਨਾਂ ਕੋਲੇ ਕੋਈ ਸਕੀਮ, ਕੋਈ ਜੁਗਤ, ਕੋਈ ਤਰੀਕਾ ਆ ਜਿਹਦੇ ਨਾਲ ਤੁਸੀਂ ਕੋਵਿਡ ਟੈਸਟ ਫ੍ਰੀ ਕਰਾ ਸਕਦੇ ਹੋ। $100 ਤੋਂ $300 ਲੱਗਦਾ, ਆਮ ਆਦਮੀ ਦਾ $200 ਲੱਗ ਜਾਂਦਾ ਆ। ਅਤੇ ਇਹ $200 ਬਚਾਉਣ ਦੇ ਲਈ ਜਾਂ $100 ਤੋਂ $300 ਬਚਾਉਣ ਦੇ ਲਈ ਕੁਝ ਤਰੀਕੇ ਦੱਸੇ ਜਾ ਰਹੇ ਆ ਕਿ ਜਿਹੜੇ ਹੋ ਸਕਦਾ ਤੁਹਾਡੇ ਲਈ ਵੀ ਕਾਰਗਰ ਸਿੱਧ ਹੋਣ। ਇਹਨਾਂ ਦੇ ਉੱਤੇ ਅੱਜ ਕੈਨੇਡਾ ਦੀਆਂ ਕੁਝ ਅਖਬਾਰਾਂ ਨੇ ਚਰਚਾ ਕੀਤੀ ਹੈ। ਮਾਮਲਾ ਕੀ ਆ ਕਿ ਕੁਝ ਵਿਅਕਤੀ ਕੋਵਿਡ-19 ਟੈਸਟ ਕਰਾਉਣ ਦੇ ਲਈ ਇੱਕ ਅਮਰੀਕਾ ਦੇ ਵਿੱਚ ਵਾਲਗ੍ਰੀਨ ਫਾਰਮੇਸੀ ਆ, ਉੱਥੇ ਗਏ। ਐਰੀਜ਼ੋਨਾ ਦੇ ਵਿੱਚ ਇਹ ਘਟਨਾ ਸੀਗੀ। ਉੱਥੇ ਜਾ ਕੇ ਜਦੋਂ ਉਹਦੀ ਫਲਾਈਟ, ਇੱਕ ਵਿਅਕਤੀ ਦੀ, ਉਹਨੇ ਐਰੀਜ਼ੋਨਾ ਤੋਂ ਕੈਲਗਰੀ ਆਉਣਾ ਸੀ ਅਤੇ ਕੈਲਗਰੀ ਆਉਣ ਤੋਂ ਪਹਿਲਾਂ ਉਹਨੂੰ ਆਪਣਾ ਕੋਵਿਡ ਟੈਸਟ ਕਰਾਉਣਾ ਪੈਣਾ ਸੀ। ਉੱਥੇ ਕੋਵਿਡ ਟੈਸਟ ਕਰਾਉਣ ਗਿਆ ਅਤੇ ਉੱਥੇ ਜਾ ਕੇ ਉਹਨੇ ਜਦੋਂ ਕਿਹਾ ਕੋਵਿਡ ਟੈਸਟ ਕਰਨ ਦੇ ਲਈ, ਅਤੇ ਉਹਨਾਂ ਨੇ ਉਹਨੂੰ ਕਿਹਾ, ਜਿਹੜਾ ਫਾਰਮਾਸਿਸਟ ਦੇ ਨਾਲ ਉਹ ਕਹਿੰਦੇ ਗੱਲ ਕਰੋ, ਅਤੇ ਫਾਰਮਾਸਿਸਟ ਕਹਿੰਦਾ ਵੀ ਅਸੀਂ ਤੁਹਾਡਾ ਟੈਸਟ ਫ੍ਰੀ ਕਰ ਸਕਦੇ ਹਾਂ। ਉਸ ਵਿਅਕਤੀ ਨੂੰ ਬਹੁਤ, ਹਾਸ਼ੀਅਨ ਉਹਦਾ ਨਾਂ ਸੀ, ਉਹਨੂੰ ਬਹੁਤ ਕਹਿੰਦੇ ਹੈਰਾਨੀ ਹੋਈ ਅਤੇ ਉਹਨੇ ਥੋੜ੍ਹਾ ਜਿਹਾ ਹੈਜ਼ੀਟੇਟ ਕੀਤਾ, ਪਰ ਫਾਰਮਾਸਿਸਟ ਕਹਿੰਦਾ ਨਹੀਂ, ਤੁਹਾਡਾ ਟੈਸਟ ਅਸੀਂ ਫ੍ਰੀ ਕਰਾਂਗੇ। ਸੋ ਟਰੈਵਲਰ ਜਿਹੜੇ ਵੀ ਕੈਨੇਡਾ ਦੇ ਵਿੱਚ ਆ ਰਹੇ ਆ, ਉਹਨਾਂ ਨੂੰ ਨੈਗੇਟਿਵ ਮੋਲੀਕੂਲਰ ਕੋਵਿਡ-19 ਦਾ ਟੈਸਟ 72 ਘੰਟੇ ਦੇ ਵਿੱਚ ਕੀਤਾ ਹੋਇਆ ਚਾਹੀਦਾ ਆ। ਅਤੇ ਜਿਹੜਾ ਪੋਪੂਲਰ PCR ਟੈਸਟ ਆ, ਜਿਹਦੇ ਕਿ ਕਈ ਸੈਂਕੜੇ ਡਾਲਰ ਲੱਗ ਜਾਂਦੇ ਆ। ਹੁਣ ਟੈਸਟ ਇੱਕ ਰਿਕੁਆਇਰਮੈਂਟ ਤੋਂ ਬਾਅਦ ਜਿਹੜੇ ਪ੍ਰੋਟੈਸਟ ਸ਼ੁਰੂ ਹੋਏ, ਜਿਹਦੇ ਬਾਰੇ ਪੋਲੀਟੀਸ਼ੀਅਨ ਨੇ ਬੋਲਣਾ ਸ਼ੁਰੂ ਕੀਤਾ, ਜਿਹਦੇ ਬਾਰੇ ਟੂਰਿਜ਼ਮ ਗਰੁੱਪਸ ਨੇ ਬੋਲਣਾ ਸ਼ੁਰੂ ਕੀਤਾ, ਜਿਹਦੇ ਬਾਰੇ ਦੋਵਾਂ ਪਾਸਿਆਂ ਦੇ ਸ਼ਹਿਰਾਂ ਦੇ ਮੇਅਰਸ ਨੇ ਬੋਲਣਾ ਸ਼ੁਰੂ ਕੀਤਾ, ਕੰਪਲੇਂਟ ਕਰਨੀਆਂ ਸ਼ੁਰੂ ਕੀਤੀਆਂ। ਉਹਦੇ ਤੋਂ ਬਾਅਦ ਇੱਕ ਨਿਊਜ਼ ਗਰੁੱਪ ਨੇ 6 ਕੈਨੇਡੀਅਨਸ ਨਾਲ ਗੱਲਬਾਤ ਕੀਤੀ ਜਿਹੜੇ ਕੱਲ੍ਹ ਅਮਰੀਕਾ ਤੋਂ ਆਏ ਆ, ਅਤੇ 6 ਦੇ ਵਿੱਚੋਂ ਕਹਿੰਦੇ ਜੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਉਹ 6 ਦੇ 6 ਨੇ ਕਿਹਾ ਵੀ ਅਸੀਂ ਟੈਸਟ ਕਰਾ ਕੇ ਆਏ ਅਮਰੀਕਾ ਤੋਂ, ਪਰ ਕਿਰਾਇਆ ਫ੍ਰੀ ਆ। ਵਾਲਗ੍ਰੀਨ ਇੱਕ ਫਾਰਮੇਸੀ ਦੀ ਉੱਥੇ ਦੱਸੀ ਜਾ ਰਹੀ ਹੈ ਚੇਨ। ਉਹ ਕਹਿੰਦੇ ਗੱਲ ਬਹੁਤ ਹੈਰਾਨੀ ਵਾਲੀ ਆ ਕਿ ਸਾਡੇ ਨਾਲ ਦਾ $200 ਦੇ ਕੇ ਟੈਸਟ ਕਰਾ ਕੇ ਆਇਆ ਹੋਵੇ ਅਤੇ ਸਾਡਾ ਟੈਸਟ ਜਿਹੜਾ ਉਹ ਫ੍ਰੀ ਹੋ ਜਾਵੇ, ਪਰ ਉਹ ਕਹਿੰਦੇ ਇਹ ਗੱਲ ਸੱਚੀ ਹੈ। ਐਸੇ ਤਰੀਕੇ ਦੇ ਨਾਲ ਉੱਥੇ ਹੋ ਰਿਹਾ ਅਤੇ ਬਹੁਤ ਸੌਖੇ ਤਰੀਕੇ ਦੇ ਨਾਲ ਹੋ ਰਿਹਾ ਅਤੇ ਕਾਨੂੰਨੀ ਤੌਰ 'ਤੇ ਫ੍ਰੀ ਟੈਸਟ ਹੋ ਰਿਹਾ। ਜਿਹੜੇ ਉਹਦੇ ਕੁਛ ਕੁ ਤਰੀਕੇ ਵੀ ਹੈਗੇ ਆ, ਕੁਛ ਕੁ ਉਹਦੀਆਂ ਖਾਮੀਆਂ ਵੀ ਹੈਗੀਆਂ। ਇੱਕ ਤਾਂ ਤੁਹਾਡੀ ਗਰੰਟੀ ਕੋਈ ਨਹੀਂ ਵੀ ਟੈਸਟ ਤੁਹਾਨੂੰ ਉਹਦਾ ਰਿਜ਼ਲਟ ਟਾਈਮ 'ਤੇ ਮਿਲ ਲੂਗਾ ਤੁਹਾਡੀ ਫਲਾਈਟ ਤੋਂ ਪਹਿਲਾਂ, ਅਤੇ ਦੂਜਾ ਸਾਰੇ US ਦੇ ਵਿੱਚ ਫ੍ਰੀ ਟੈਸਟ ਅਵੇਲੇਬਲ ਨਹੀਂ, ਕੁਛ ਥਾਵਾਂ ਦੇ ਉੱਤੇ ਹੈਗੇ ਆ। ਹੁਣ ਟੈਸਟ ਫ੍ਰੀ ਦਾ ਮਾਮਲਾ ਕੀ ਆ? ਜਿਹੜੇ ਹਾਸ਼ੀਅਨ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਵਿਅਕਤੀ ਨੇ ਐਰੀਜ਼ੋਨਾ ਤੋਂ ਕੈਲਗਰੀ ਆਉਣਾ ਸੀ ਅਤੇ ਉਹਨੂੰ ਟੈਸਟ ਫ੍ਰੀ ਹੋਇਆ, ਅਸਲ ਦੇ ਵਿੱਚ ਕਹਿੰਦੇ ਉਹਦਾ ਟੈਸਟ ਫ੍ਰੀ ਨਹੀਂ ਸੀ, ਉਹਨੂੰ US ਸਰਕਾਰ ਨੇ ਉਹ ਟੈਸਟ ਲਈ ਪੇ ਕੀਤਾ ਆ। US ਗੌਰਮੈਂਟ ਜਿਹੜੀ ਆ ਉਹ ਫੰਡ ਕੀ ਕਰਦੀ ਆ ਉਹਨੂੰ। ਉਹਨਾਂ ਦਾ ਇੱਕ ਪ੍ਰੋਗਰਾਮ ਆ ਜਿਹਦੇ ਵਿੱਚ ਉਹ ਲੋ ਜਾਂ ਨੋ ਕਾਸਟ ਕੋਵਿਡ-19 ਟੈਸਟ ਹਰ ਇੱਕ ਵਿਅਕਤੀ ਨੂੰ ਦਿੰਦੇ ਆ, ਅਤੇ ਮਨਸ਼ਾ ਉਹਨਾਂ ਦਾ ਇਹ ਆ ਕਿ ਲੋਕ ਵੱਧ ਤੋਂ ਵੱਧ ਟੈਸਟ ਕਰਾਉਣ ਅਤੇ ਕੋਵਿਡ ਦਾ ਪਤਾ ਲੱਗੇ। ਔਰ ਇਹ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਕੋਲ, ਜਾਂ ਇੱਦਾਂ ਕਹਿ ਲਓ ਕਿ ਜਿਹਦੇ ਕੋਲ ਵੀ US ਦਾ ਮੈਡੀਕਲ ਇੰਸ਼ੋਰੈਂਸ ਨਹੀਂ ਆ, ਉਹਦੇ ਲਈ ਉਹ ਟੈਸਟ ਫ੍ਰੀ ਹੈ। ਕਿਉਂਕਿ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗਾ ਅਤੇ ਤੁਸੀਂ US 'ਚ ਰਹਿਣ ਵਾਲੇ ਆ, ਫਿਰ ਤਾਂ ਤੁਸੀਂ ਜੇ ਕੋਵਿਡ ਦਾ ਟੈਸਟ ਕਰਾਉਣ ਜਾਓਗੇ ਤੇ ਤੁਹਾਡਾ ਇੰਸ਼ੋਰੈਂਸ ਨੇ ਪੇ ਕਰਨਾ ਹੀ ਕਰਨਾ ਉਹ ਟੈਸਟ, ਤੋਂ ਫ੍ਰੀ ਦਾ ਮਤਲਬ ਕੋਈ ਨਹੀਂ। ਪਰ ਸਰਕਾਰ ਚਾਹੁੰਦੀ ਆ ਕਿ ਉਹ ਲੋਕ ਜਿਨ੍ਹਾਂ ਦੇ ਕੋਲ ਮੈਡੀਕਲ ਇੰਸ਼ੋਰੈਂਸ ਹੈ ਨਹੀਂਗਾ, ਜਾਂ ਕਹਿ ਲਓ ਲੋ ਕਾਸਟ ਜਾਂ ਜ਼ੀਰੋ ਕਾਸਟ ਦੇ ਉੱਤੇ ਉਹ ਜਿਹੜੀ ਉਹਨਾਂ ਦੀ ਸਕੀਮ ਆ ਕੋਵਿਡ ਟੈਸਟ ਕਰਨ ਦੇ ਲਈ, ਉਸ ਸਕੀਮ ਦੇ ਤਹਿਤ ਵਾਲਗ੍ਰੀਨ ਫਾਰਮੇਸੀ US ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਦੇ ਵਿੱਚ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਵੇਲੇਬਲ ਆ, ਜਿਹੜੇ ਤੁਹਾਡਾ ਟੈਸਟ ਕਰਦੇ ਆ, ਟੈਸਟ ਫ੍ਰੀ ਕਰਦੇ ਆ। 36 ਘੰਟਿਆਂ ਦੇ ਵਿੱਚ ਉਹ ਕਹਿੰਦੇ ਤੁਹਾਡਾ ਰਿਜ਼ਲਟ ਦੇ ਦਿੰਦੇ ਆ, ਅਤੇ ਕੈਨੇਡਾ 72 ਘੰਟੇ ਪਹਿਲਾਂ ਚਾਹੁੰਦਾ ਆ। ਅਤੇ ਜਿਹੜਾ ਬਹੁਤ ਇੱਕ ਜਿਹੜਾ ਸਹੀ ਤਰੀਕਾ ਦੱਸਿਆ ਜਾ ਰਿਹਾ ਕਿ ਤੁਸੀਂ ਆਪਣਾ ਫ੍ਰੀ ਟੈਸਟ ਪਹਿਲਾਂ ਬੁੱਕ ਕਰ ਲਓ ਕੁਛ ਕੁ ਦਿਨ ਪਹਿਲਾਂ, ਉਹਦੇ ਤੋਂ ਬਾਅਦ ਪ੍ਰੀਪੇਅਰ ਹੋ ਕੇ ਚਲੇ ਜਾਓ ਅਤੇ ਤੁਹਾਨੂੰ ਟੈਸਟ ਜਿਹੜਾ ਉਹ ਕੁਇਕ NAAT ਟੈਸਟ ਜਿਹੜਾ ਆ ਤੁਹਾਡਾ ਹੋ ਜਾਂਦਾ। ਜਿਹੜੇ ਵਾਲਗ੍ਰੀਨ ਡਰਾਈਵ ਥਰੂ ਦੀ, ਇਹਦਾ ਇੱਕ ਸਮੱਸਿਆ ਇਹ ਹੈ ਕਿ ਇਸ ਥਾਂ ਦੇ ਉੱਤੇ ਜਿਹੜਾ ਟੈਸਟ ਕੀਤਾ ਜਾਂਦਾ ਉਹ ਡਰਾਈਵ ਥਰੂ ਆ, ਵੀ ਤੁਸੀਂ ਕਾਰ ਦੇ ਵਿੱਚ ਬੈਠੇ ਆ, ਇੱਕ ਪਾਸਿਓਂ ਵੜੇ ਆ ਅਤੇ ਉਹ ਤੁਹਾਡਾ ਕਾਰ ਦੇ ਵਿੱਚ ਹੀ ਬੈਠਿਆਂ ਦਾ ਟੈਸਟ ਲੈ ਕੇ, ਸੈਂਪਲ ਲੈ ਕੇ, ਅਤੇ ਉਹਦੇ ਤੋਂ ਬਾਅਦ ਤੁਸੀਂ ਬਾਹਰ ਆ ਜਾਂਦੇ ਅਤੇ ਟੈਸਟ ਤੁਹਾਡੇ ਕੋਲ ਆ ਜਾਂਦਾ। ਕਿਹਾ 36 ਘੰਟੇ ਜਾਂਦਾ, ਕਈਆਂ ਦਾ 2-4 ਘੰਟੇ ਦੇ ਵਿੱਚ ਵੀ ਕਹਿੰਦੇ ਟੈਸਟ ਆ ਗਿਆ। ਉੱਥੇ ਵਾਕਿਆ ਨਹੀਂ ਜਾ ਸਕਦੇ, ਜੇ ਤੁਹਾਡੇ ਕੋਲ ਕਾਰ ਨਹੀਂ ਆ ਫਿਰ ਤੁਹਾਡਾ ਟੈਸਟ ਨਹੀਂ ਹੋਣਾ।
ਕਈ ਲੋਕਾਂ ਨੇ ਇਹ ਵੀ ਕੀਤਾ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਾਲਗ੍ਰੀਨ ਫਾਰਮੇਸੀਜ਼ ਦੇ ਵਿੱਚ ਇਹ ਟੈਸਟ ਫ੍ਰੀ ਹੁੰਦਾ, ਉਹਨਾਂ ਨੇ ਊਬਰ ਲੈ ਲਈ। ਊਬਰ ਲੈ ਕੇ ਤੇ ਉਹ ਡਰਾਈਵ ਥਰੂ ਦੇ ਵਿੱਚੋਂ ਲੰਘ ਗਿਆ ਤੇ ਉਹਨਾਂ ਦਾ ਟੈਸਟ ਹੋ ਗਿਆ। ਸੋ ਕੁਝ ਕੁ ਦਿੱਕਤਾਂ ਇਹਦੇ ਵਿੱਚ ਹੈਗੀਆਂ। ਉਹ ਤੁਹਾਡੇ ਕੋਲੋਂ ਆਈਡੀ ਮੰਗਦੇ ਆ ਕਿ ਤੁਹਾਡੀ ਜਿਹੜੀ US ਦੀ ਆਈਡੀ ਹੋਣੀ ਚਾਹੀਦੀ, ਜਿਹੜੀ ਡਰਾਈਵਿੰਗ ਲਾਇਸੈਂਸ US ਦਾ ਚਾਹੀਦਾ, ਜਾਂ ਤੁਹਾਡੇ ਕੋਲ ਮੈਡੀਕਲ ਇੰਸ਼ੋਰੈਂਸ ਚਾਹੀਦਾ। ਤੇ ਜੇ ਕਹਿੰਦੇ ਤੁਹਾਡੇ ਕੋਲ ਇਹ ਵੀ ਨਹੀਂ ਹੈ, ਜਿਹੜੇ ਇਹ ਲੋਕ ਜਿਨ੍ਹਾਂ 6 ਲੋਕਾਂ ਦੇ ਨਾਲ ਇੱਕ ਕੈਨੇਡਾ ਦੀ ਨਿਊਜ਼ ਏਜੰਸੀ ਨੇ ਗੱਲਬਾਤ ਕੀਤੀ ਆ, ਉਹ ਕਹਿੰਦੇ ਅਸੀਂ ਆਪਣਾ ਕੈਨੇਡਾ ਵਾਲਾ ਡਰਾਈਵਿੰਗ ਲਾਇਸੈਂਸ ਦਿਖਾ ਦਿੱਤਾ ਤੇ ਉਹ ਵੀ ਉਹਨਾਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਵੀ ਤੁਹਾਡਾ ਇਹ ਕੈਨੇਡਾ ਦਾ ਕਿਉਂ। ਇੱਕ ਦੇ ਗੇਮ ਚੇਂਜਰ ਇੱਕ ਹੈਗਾ ਵੀ ਇਹ ਚੀਜ਼ ਸਾਬਤ ਹੋ ਰਹੀ ਆ, ਸਰਕਾਰ ਫੰਡ ਕਰ ਰਹੀ ਹੈ ਉਹਨਾਂ ਨੂੰ, ਤੇ ਤੁਸੀਂ ਆਪਣਾ ਜਿਹੜਾ ਇਹ ਟੈਸਟ ਕਰਵਾ ਸਕਦੇ ਆ ਭਾਵੇਂ ਤੁਸੀਂ ਕੈਨੇਡਾ ਦੇ ਰਹਿਣ ਵਾਲੇ। ਜਦੋਂ ਇਸ ਨਿਊਜ਼ ਏਜੰਸੀ ਨੇ ਵਾਲਗ੍ਰੀਨਸ ਦੇ ਨਾਲ ਕੰਟੈਕਟ ਕੀਤਾ ਤਾਂ ਉਹਨਾਂ ਨੇ ਇਹਦੇ ਉੱਤੇ ਜਿਹੜਾ ਕੁਛ ਨਹੀਂ ਦੱਸਿਆ, ਜਿਹੜੀ ਫਾਰਮੇਸੀ ਚੇਨ ਆ ਉਹਦੇ ਉੱਤੇ ਵੀ ਤੁਸੀਂ ਜਾ ਕੇ ਨੋ ਕਾਸਟ ਕੋਵਿਡ-19 ਜਿਹੜੀ ਵਾਲਗ੍ਰੀਨ ਫਾਰਮੇਸੀ ਦੇ ਉੱਤੇ ਜਾ ਕੇ ਨੋ ਕਾਸਟ ਕੋਵਿਡ-19 ਟੈਸਟਿੰਗ ਨੂੰ ਸਿਲੈਕਟ ਕਰ ਲਓ। ਉਹਦੇ ਤੋਂ ਬਾਅਦ ਲੋਕੇਸ਼ਨ ਸਿਲੈਕਟ ਕਰ ਲਓ ਤੇ PCR ਟੈਸਟ ਦਾ ਰਿਜ਼ਲਟ ਜਿਹੜਾ ਟਿਪੀਕਲੀ 44 ਘੰਟੇ ਕਹਿੰਦੇ ਆ, ਪਰ ਇਹਦੀ ਜਿਹੜਾ ਮਾੜਾ ਪੱਖ ਇਹ ਆ ਕਿ ਇਹਦੀ ਗਰੰਟੀ ਕੋਈ ਨਹੀਂ ਹੈ, ਹੋ ਸਕਦਾ ਲੇਟ ਹੋ ਜਾਵੇ। ਤੇ ਦੂਜੀ ਗੱਲ ਆ ਇਹ ਸਾਰੀਆਂ ਲੋਕੇਸ਼ਨਸ ਦੇ ਉੱਤੇ ਜਿਹੜੇ ਆ ਉਹ ਅਵੇਲੇਬਲ ਨਹੀਂ ਹੈ। ਵਾਲਗ੍ਰੀਨਸ ਇਹ ਵੀ ਕਹਿੰਦੇ ਆ ਕਿ ਉਹਨਾਂ ਨੂੰ ਇੱਕ ਵੈਲਿਡ ਸਟੇਟ ID ਦਾ ਡਰਾਈਵਰ ਲਾਇਸੈਂਸ ਜਾਂ ਇੰਸ਼ੋਰੈਂਸ ਕਾਰਡ ਦੇਣਾ ਪਊਗਾ। ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜੇ ਤੁਹਾਡੇ ਕੋਲ ਕੈਨੇਡਾ ਵਾਲਾ ਵੀ ਹੈਗਾ ਆ ਤਾਂ ਵੀ ਕਹਿੰਦੇ ਕੋਈ ਸਮੱਸਿਆ ਨਹੀਂ ਹੈ। ਸੋ ਉਹ ਟੈਸਟ ਜਿਹਦੇ ਬਾਰੇ ਬਹੁਤ ਸਾਰਾ ਰੌਲਾ ਰੱਪਾ ਪੈ ਰਿਹਾ ਸੀ, ਗੱਲਾਂ ਬਾਤਾਂ ਆਪਾਂ ਲਗਾਤਾਰ 2-3 ਦਿਨ ਤੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਉਂਦੇ ਆ। ਲੋਕਾਂ ਨੇ ਜੁਗਤ ਲੱਭ ਲਈ, ਜਾਂ ਕਹਿ ਲਓ ਕਿ ਲੋਕਾਂ ਨੂੰ ਇੱਕ ਤਰੀਕੇ ਦਾ ਪਤਾ ਲੱਗ ਗਿਆ ਜਿਹਦੇ ਤਹਿਤ ਕਾਨੂੰਨੀ ਤੌਰ ਤੇ ਅਮਰੀਕਾ ਤੋਂ ਕੈਨੇਡਾ ਆਉਣ ਵੇਲੇ ਫ੍ਰੀ ਵਾਲਗ੍ਰੀਨਸ ਡਰਾਈਵ ਥਰੂ ਦੇ ਵਿੱਚ ਟੈਸਟ ਕਰਵਾਇਆ ਜਾ ਸਕਦਾ। ਬਹੁਤ ਸਾਰੇ ਲੋਕਾਂ ਨੇ 2-2 ਵਾਰੀ ਇੱਥੋਂ ਟੈਸਟ ਕਰਵਾਏ ਆ। ਜਿਹੜੀ ਉਹ ਕਹਿੰਦੇ ਕਾਰ ਦੇ ਵਿੱਚ ਵਾਇਆ ਡਰਾਈਵ ਥਰੂ ਤੁਸੀਂ ਟੈਸਟ ਕਰਵਾ ਸਕਦੇ ਆ। ਤੇ ਜੇ ਤੁਹਾਡੇ ਕੋਲ ਵਹੀਕਲ ਨਹੀਂ ਆ ਤਾਂ ਵਹੀਕਲ ਲੈ ਕੇ ਆਓ। ਉੱਦਾਂ ਕੋਈ ਆਪਸ਼ਨ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਤੁਰ ਕੇ ਅੰਦਰ ਜਾ ਕੇ ਵਾਕ-ਇਨ ਜਾ ਕੇ ਤੇ ਉਹਦੇ ਤੋਂ ਬਾਅਦ ਤੁਸੀਂ ਇਹਨੂੰ ਟੈਸਟ ਕਰਵਾ ਲਓ। ਸੋ ਇੱਕ ਨਵੀਂ ਸੂਚਨਾ, ਇੱਕ ਨਵੀਂ ਚੰਗੀ ਗੱਲ ਜਿਹਦੇ ਬਾਰੇ ਕੁਝ ਵਾਰਨਿੰਗਸ ਵੀ ਹੈਗੀਆਂ ਕਿ ਤੁਹਾਡਾ ਟਾਈਮ ਦਾ ਖਿਆਲ ਰੱਖਣਾ ਪਊਗਾ ਕਿ ਫਲਾਈਟ ਤੋਂ ਪਹਿਲਾਂ ਇਹ ਰਿਜ਼ਲਟ ਆ ਜਾਵੇ, ਪਰ ਤੁਹਾਡਾ $200-300 PCR ਟੈਸਟ ਦਾ ਬਚ ਸਕਦਾ ਆ ਜੇਕਰ ਤੁਸੀਂ ਵਾਲਗ੍ਰੀਨਸ ਡਰਾਈਵ ਥਰੂ ਦੇ ਵਿੱਚ ਜਾ ਕੇ, ਜਿੱਥੇ ਤੁਸੀਂ ਅਮਰੀਕਾ ਦੇ ਵਿੱਚ ਹੈਗੇ ਆ ਉਹਦੇ ਨੇੜੇ ਤੇੜੇ ਦੀ ਲੋਕੇਸ਼ਨ ਚੈੱਕ ਕਰਕੇ ਉਹਨਾਂ ਤੋਂ ਪਤਾ ਕਰਕੇ ਤੇ ਪਹਿਲਾਂ ਬੁਕਿੰਗ ਕਰਵਾ ਕੇ ਫਿਰ ਉੱਥੇ ਜਾ ਕੇ ਆਪਣਾ ਟੈਸਟ ਕਰਵਾਉਣੇ ਹੋ ਤਾਂ ਬਚਾਅ ਹੋ ਸਕਦਾ। ਜਿੱਥੇ ਇਸ ਵੇਲੇ ਹੋ ਸਕਦਾ, ਜਦੋਂ ਤੱਕ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ, ਇਹ ਟੈਸਟ ਨੂੰ ਖਤਮ ਕਰ ਦਿੱਤਾ ਜਾਵੇ, ਪਰ ਅਜੇ ਤੱਕ ਸਾਡੇ ਕੋਲ ਇੱਦਾਂ ਦੀ ਕੋਈ ਸੂਚਨਾ ਜਦੋਂ ਤੱਕ ਤੁਹਾਡੇ ਨਾਲ ਅਸੀਂ ਖਬਰਾਂ ਸਾਂਝੀਆਂ ਕਰ ਰਹੇ ਹਾਂ ਉਹ ਨਹੀਂ ਆਈ। ਪਰ ਦੋਵਾਂ ਪਾਸਿਆਂ ਤੋਂ ਬਹੁਤ ਜ਼ਬਰਦਸਤ ਮੰਗ ਆ ਕਿ ਜਦੋਂ ਦੇ ਬਾਰਡਰ ਖੁੱਲ੍ਹੇ ਆ ਕਿ ਇਹਨੂੰ ਟੈਸਟ ਨੂੰ ਬੰਦ ਕੀਤਾ ਜਾਵੇ। ਟੈਸਟ ਦੇ ਕਾਰਨ ਬਹੁਤ ਵੱਡਾ ਬਿਜ਼ਨਸ ਦੋਹਾਂ ਪਾਸਿਆਂ ਤੇ ਰੁਕਿਆ ਪਿਆ, ਲੋਕ ਆਉਣ ਜਾਣ ਤੋਂ ਝਿਜਕ ਰਹੇ ਆ। ਕੱਲ੍ਹ ਸਵੇਰੇ ਜਾਣੀ ਕਿ ਬੀਤੇ ਕੱਲ੍ਹ ਮੰਗਲਵਾਰ ਸਵੇਰੇ 1 ਸਾਲ ਦੇ ਇੱਕ ਬੱਚੇ ਦਾ ਗੁੰਮ ਹੋਣਾ ਸਰੀ ਦੇ ਵਿੱਚੋਂ, ਪਰ ਬਾਅਦ ਦੇ ਵਿੱਚ ਥੋੜ੍ਹੇ ਚਿਰ ਬਾਅਦ ਉਹਦਾ ਲੱਭ ਜਾਣਾ। ਉਸ ਬੱਚੇ ਦੇ ਗੁੰਮ ਹੋਣ ਨੇ ਸਰੀ ਤੇ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪੂਰੀ ਤਰ੍ਹਾਂ ਖਲਬਲੀ ਮਚਾ ਦਿੱਤੀ। ਦੱਸਿਆ ਜਾ ਗਿਆ ਕਿ ਸਰੀ ਦੇ ਵਿੱਚ ਲਗਭਗ ਸਵੇਰੇ ਸਰੀ BC ਦੇ ਵਿੱਚ ਪੁਲਿਸ ਨੂੰ 8:35 ਤੇ ਸਵੇਰੇ ਉਹਨਾਂ ਨੂੰ ਇੱਕ ਰਿਪੋਰਟ ਆਉਂਦੀ ਹੈ, ਇੱਕ ਕਾਲ ਆਉਂਦੀ ਹੈ ਕਿ ਵਹੀਕਲ ਜਿਹੜਾ ਇੱਕ ਗੁਆਚ ਗਿਆ ਤੇ ਉਹ ਕਲੋਵਰਡੇਲ ਏਰੀਏ ਦੇ ਵਿੱਚ, ਤੇ ਵਹੀਕਲ ਦੇ ਵਿੱਚ ਇੱਕ ਬੈਕ ਸੀਟ ਦੇ ਉੱਤੇ 1 ਸਾਲ ਦਾ ਬੱਚਾ ਸੀ। ਪੁਲਿਸ ਕਹਿੰਦੇ ਕਿ ਵਹੀਕਲ ਜਿਹੜਾ ਇਹ ਪਾਰਕ ਕੀਤਾ ਸੀ ਘਰ ਦੇ ਬਾਹਰ, ਚੱਲਦਾ ਛੱਡਿਆ ਸੀ, ਸਟਾਰਟ ਸੀ, ਰਨਿੰਗ ਸੀ, ਡਰਾਈਵੇ ਦੇ ਵਿੱਚ ਕਿਸੇ ਦਾ ਕੁਝ ਘਰ ਭੁੱਲ ਗਿਆ ਤੇ ਘਰੋਂ ਚੱਕਣ ਗਏ। ਬੱਚਾ 1 ਸਾਲ ਦਾ ਕਾਰ ਸੀਟ ਦੇ ਵਿੱਚ ਪਿਛਲੀ ਸੀਟ ਦੇ ਉੱਤੇ ਸੀ ਤੇ ਉਹਦੇ ਤੋਂ ਬਾਅਦ ਜਦੋਂ ਵਾਪਸ ਆਏ ਤੇ ਕੋਈ ਜਿਹੜਾ ਚੋਰ ਸੀਗਾ ਉਹ ਕਾਰ ਚੋਰੀ ਕਰਕੇ ਲੈ ਗਿਆ। ਤੇ ਜਦੋਂ ਕਾਰ ਚੋਰੀ ਕਰਕੇ ਲੈ ਕੇ ਗਿਆ ਉਹ 1 ਸਾਲ ਦਾ ਜਿਹੜਾ ਬੱਚਾ ਵੀ ਉਹਦੇ ਚੋਰ ਦੇ ਨਾਲ ਹੀ ਚਲਿਆ ਗਿਆ। ਗਲਤੀ ਘਰ ਵਾਲਿਆਂ ਦੀ ਸੀ ਜਾਂ ਕਿਹਦੀ ਸੀ, ਉਹ ਭਾਵੇਂ ਕੁਝ ਸੈਕਿੰਡਸ ਦੇ ਲਈ ਜਾਂ ਕੁਝ ਮਿੰਟ ਦੇ ਲਈ ਆਪਣੇ ਘਰ ਦੇ ਵਿੱਚੋਂ ਕੋਈ ਭੁੱਲ ਗਈ ਚੀਜ਼ ਜਿਹੜੀ ਉਹਨੂੰ ਚੱਕਣ ਗਏ ਸੀ, ਪਰ ਬੱਚਾ ਕਿਉਂਕਿ ਚਲਦੀ ਕਾਰ ਦੇ ਵਿੱਚ ਸੀ ਤੇ ਕਾਰ ਸਟਾਰਟ ਸੀ, ਚੋਰ ਨੂੰ ਬਹੁਤੀ ਤਕਲੀਫ ਨਹੀਂ ਕਰਨੀ ਪਈ ਕਿ ਉਹ ਚਲਦੀ ਕਾਰ ਨੂੰ ਸਟਾਰਟ ਕਾਰ ਨੂੰ ਉੱਥੋਂ ਲੈ ਜਾਵੇ। ਇਹਦੇ ਨਾਲ ਨਾਲ ਇਹ ਵੀ ਗੱਲ ਦੇਖਣ ਵਾਲੀ ਆ ਕਿ ਚੋਰ ਕਿੰਨੇ ਜ਼ਿਆਦਾ ਸਰਗਰਮ ਨੇ ਇੱਥੇ ਕਿ ਤੁਸੀਂ ਕੁਝ ਸੈਕਿੰਡਸ ਜਾਂ ਕੁਝ ਮਿੰਟ ਦੇ ਲਈ ਵੀ ਕਾਰ ਨੂੰ ਉੱਥੇ ਚੱਲਦੀ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਡਰਾਈਵੇ ਦੇ ਵਿੱਚ ਛੱਡ ਨਹੀਂ ਸਕਦੇ। ਉਹਦੇ ਤੋਂ ਬਾਅਦ ਬਹੁਤ ਸਾਰੇ ਰਿਸੋਰਸਿਸ ਨੂੰ ਕਿਹਾ ਗਿਆ, ਫਰੰਟ ਲਾਈਨ ਆਫੀਸਰਸ ਜਿਹੜੇ ਸੀਗੇ, ਜਿਹੜੇ ਪਲੇਨ ਕਲੋਥ ਯੂਨਿਟ ਸੀਗੇ, ਲੋਅਰ ਮੇਨਲੈਂਡ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸਿਜ਼, ਸਾਰਿਆਂ ਨੂੰ ਸਤਰਕ ਕਰ ਦਿੱਤਾ ਗਿਆ। RCMP ਦੇ ਸਾਰੇ ਆਫੀਸਰ ਸਾਰੇ ਜਿਹੜੇ ਉਹਨੂੰ ਕਾਰ ਨੂੰ ਲੱਭਣ ਦੇ ਵਿੱਚ ਲੱਗੇ ਸੀ ਕਿਉਂਕਿ ਕਾਰ ਦੇ ਵਿੱਚ 1 ਸਾਲ ਦਾ ਬੱਚਾ ਸੀ। ਕਿਹਾ ਗਿਆ ਕਿ ਐਂਬਰ ਅਲਰਟ ਜਿਹੜਾ ਜਾਰੀ ਕੀਤਾ ਗਿਆ, ਇਹਦੇ ਬਾਰੇ ਵੀ ਆਪਾਂ ਬਾਅਦ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਜਾਰੀ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ,
क्योंकि बच्चे की उम्र बहुत थोड़ी सी, इस करके एंबर अलर्ट जारी किया गया। तो 9:20 के उत्ते कोई उत्थों की लंघ रहा सी किसी थां के उत्ते, उन्हें देखा भी जिहड़ी ये नीले रंग की लैक्सस कार की गलबात पता चल रही है, पुलिस लभ रही है, वो यही कार आ। वो उस कार नूं उत्थे खड़ी देखदा ते उहदे तो बाद वो पुलिस नूं दसदा ते पुलिस वो कार नूं लै जांदी है, ते जिहदे विच ठीक ठाक बच्चा कार सीट दे उत्ते हुंदा। लगदा इदां है कि चोर उत्थे बाई चांस उस पासे लंघ रहा सी, उहनूं चलदी कार दिखी जां वो किते गेड़ा ला रहा सी कि किते चलदी कार स्टार्ट बाहर सर्दियां दे विच आम तौर ते लोग करके छड्ड जांदे आ, ते जदों तक कार गर्म हुंदी है फिर चले जांदे आ भी उन्होंने कार नूं उन्हें चक लिया। तो उन्होंने बाद दे विच किसी स्टेज के उत्ते जाके एहसास होया जां उन्हें पिछे देखा कि कार दे विच 1 साल का बच्चा है, तो फिर जुर्म क्योंकि बहुत वड्डा सी शायद इस करके डर के वो कार नूं एक थां ते छड्ड के आप भज गया। हालांकि इहदे बारे कुछ नहीं पता लगा सस्पैक्ट कौन आ, कौन चक के लिया सी, पुलिस इहदे बारे भाल कर रही है। सो चंगी गल जिहड़ी खुशी की गल है कि बच्चा कार दे विच ठीक ठाक सी, पुलिस दसदी है। उस तो बाद एंबर अलर्ट जिहड़ा सी वो कैंसल कर दिता गया। तो परिवार की हालत तुसीं इमैजन कर सकते हैं कि किसी का 1 साल का बच्चा गवाच जाए तो जिस बारे पता कुछ ना लगे, जदों वो वापस आया तो घर वालों की हालत की होगी। BC एमरजेंसी हैल्थ सर्विसिज ने उस बच्चे को चैक किया, बच्चा ठीक ठाक सी। उन्होंने जी परिवार वड्डे सदमे दे विच आ, उन्होंने भी जी विक्टिम सर्विसिज के थ्रू सपोर्ट प्रोवाइड की गई है। पुलिस कहते कि जोड़े ऑफिसर अजे भी वो सस्पैक्ट के लिए भाल कर रहे हैं, तो जे किसी को माड़ा मोटा पता हो उस इलाके के विच जिथे घटना वापरी है 58 एवन्यू तो 172 स्ट्रीट के नेड़े तेड़े, वो 604 599 0502 के उत्ते कॉन्टैक्ट करे। तो जे कोई अपना नाम था नहीं दसना चाहता तो वो 1800-222 टिप्स या www.solvecrime.ca के उत्ते जाके भी दस्या जा सकता। हुण गलबात जिहड़ी इहदे तो बाद ये बहुत चंगी गल है कि बच्चा मिल गया। रौला ये पै रहा कि ये मंगलवार सवेरे की क्लोवरडेल दे विच इस कार दे विच बच्चे दे चोरी होने के मामले के संबंध दे विच एंबर अलर्ट जारी किया गया सी या नहीं। जे जारी किया गया सी तो बहुत सारिया न्यूज़ एजेंसीज़ नूं नहीं पहुंचा, तो पहुंचा क्यों नहीं, ये जिम्मेवार कौन आ, की देरी हुई है, कि ये RCMP का कोई फॉल्ट सीगा कि वो एंबर अलर्ट नहीं जारी कर सके। एंबर अलर्ट जिहड़ा दस्सिया जा रहा कि पुलिस बहुत सारिया न्यूज़ एजेंसी तो पुलिस कह रही है जारी किया सी, पर जे जारी किया सी तो मिलिया क्यों नहीं। एंबर अलर्ट दे विच हुंदा की आ कि ये वो प्रोग्राम आ जिहदे विच रेडियो टैलीविजन अनाउंसमेंट टैक्सट मैसेज हाईवे ट्रांजिट मैसेज जिहड़े बोर्ड आ उन्हां दे उत्ते अलर्ट हो जांदा, पब्लिक दे उत्ते तुहाडे फोनां दे उत्ते सारे थावां दे उत्ते आ जांदा कि इदां इदां करके इस थां दे उत्ते एक बच्चा जिहड़ा वो गुम हो गया। पर इदां दा कोई भी मैसेज कुछ भी किसी रेडियो TV दे उत्ते उस तरीके दे नाल नहीं दस्सिया गया। जिहड़े बहुत सारे चैनल पंजाबी जां होर जिहड़े न्यूज़ चैनल सीगे उन्हां नूं कोई भी जिहड़ी नोटिफिकेशन एंबर अलर्ट दी नहीं आई। जे नहीं आई तो फिर क्यों नहीं आई। हुण इस मामले दे विच जिहड़ियां दस्सिया जा रहा कि पुलिस नाल जदों संपर्क किया जा रहा, पुलिस RCMP ये कह रही है कि ये कुछ कंडीशन हुंदियां, कुछ इहदा तरीका हुंदा कि इहनूं किस तरीके नाल जारी किया जांदा। क्योंकि जदों सानूं कॉल आई है मिसिंग बेबी के बारे, उहदे तो बाद असीं अलर्ट कर दिता, इन्वैसटीगेशन शुरू कर दी कि सिचुएशन उस एंबर अलर्ट नूं मीट करदी है कि नहीं करदी। भाव वो कहते पहले असीं ये देखते हैं कि केस की है, कि असल दे विच होया की है, की सस्पैक्ट नोन आ। जे 1 साल का बच्चा चोरी हो गया, कई बारी घरां दे विच गल्लां बातां हुंदियां ते मापियां दा रौला गौला हुंदा कि वो मामला तो नहीं है। वो कहते फिर असीं देखते हैं कि कोई फैमिली मैंबर तो नहीं व्हीकल लै गया तुहाडा जिहड़ा तुहानूं नहीं पता कि घर दा तुहाडा लै गया होवे, तुसीं घबरा के ये कह दिता। फिर वो कहते ये भी असीं कन्फर्म कर रहे हैं कि साडे कोल लाइसेंस प्लेट हैगी है, एक्यूरेट व्हीकल की डिस्क्रिप्शन हैगी है, उहदा मॉडल हैगा आ। तो कहते जदों असीं ये सारा कुछ नूं असैस कीता तो सानूं लग्गिया भी हाँ ये केस दे विच जिहड़ा ये जिहड़ा सीगा इहदे च एंबर अलर्ट जारी किया जाना चाहिए, ये उस थ्रैशहोल्ड नूं मीट करदा, ये कंडीशन उस तरह की हैगी है। तो कहते असीं सोशल मीडिया के उत्ते दूजे मीडिया की नोटिफिकेशन इक्को वेले करना हुंदा ते असीं ये कीता आ। पर वो कहते जदों ही असीं ये सारा कुछ करना सी, असीं मतलब गो करना सी उहदे उत्ते, तो उस वेले साडे कोले जिहड़ी एग्जैक्ट मूवमेंट के उत्ते इन्फॉर्मेशन आ जाती है जां नोटिफिकेशन आ जाती है कि बेबी जिहड़ा उहनूं लभ लिया गया। सो वो कहते इस मामले दे विच जिहड़ा असीं जिहड़ियां 50% साडी नोटिफिकेशन सी वो जा चुके सी, बाकियां नूं असीं रोक लिया कि वो जिहड़ियां नोटिफिकेशन आ लोकां नूं ना जावे। पर हुण सवाल ये पैदा हुंदा कि 1 घंटे के लगभग बच्चा गुम गया, उस 1 घंटे दे विच RCMP जां बाकी जिहड़ा भी उन्हां दा प्रबंध सीगा वो इस गल नूं पूरा कर सकिया कि ये समा घटाया नहीं जा सकता, कि ये कोई नुक्स सीगा, कि ये कोई डिले सीगा।
ਇਹ ਐਕਸਰਸਾਈਜ਼ ਕਦੋਂ ਕੀਤੀ ਜਾਣੀ ਚਾਹੀਦੀ ਹੈ, ਇਹ ਅਲਰਟ ਕਦੋਂ ਮਿਲਣਾ ਚਾਹੀਦਾ ਸੀ, ਇਹ ਵੈਬਸਾਈਟ ਦੇ ਉੱਤੇ ਸ਼ੋ ਕਿਉਂ ਨਹੀਂ ਹੋਇਆ, ਸੋਸ਼ਲ ਮੀਡੀਆ ਦੇ ਉੱਤੇ ਐਂਬਰ ਅਲਰਟ ਸ਼ੋ ਕਿਉਂ ਨਹੀਂ ਹੋਇਆ। ਸੋ ਕੀ ਇਹਦੇ ਵਿੱਚ ਕਿੱਥੇ ਗੜਬੜ ਹੋਈ ਹੈ, ਕੀ ਕੋਈ ਬਿਊਰੋਕ੍ਰੈਟਿਕ ਆਬਸਟੈਕਲ ਸੀਗਾ, ਕੀ ਇਹ ਸਿਸਟਮ ਬਹੁਤ ਕੰਪਲੀਕੇਟਡ ਆ, ਇਹਨੂੰ ਠੀਕ ਠਾਕ ਕਰਨ ਦੀ ਲੋੜ ਆ। ਸੋ ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ RCMP ਆ ਉਹ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆ। ਉਹਨਾਂ ਨੂੰ ਜਿਹੜੇ ਲੋਕ ਸੀ ਉਹਨਾਂ ਨੂੰ ਫੋਨ ਦੇ ਉੱਤੇ ਜਾਂ ਤੁਹਾਨੂੰ ਮੈਸੇजेस ਦੇ ਉੱਤੇ ਇਹ ਚੀਜ਼ ਨਹੀਂ ਮਿਲੀ, ਕਿਉਂਕਿ ਇਹਦੀ ਲੋੜ ਨਹੀਂ ਸੀ। ਜਦੋਂ ਤੱਕ ਇਹ ਸਾਰਾ ਕੁਝ ਹੋਣਾ ਸੀ ਬੱਚਾ ਮਿਲ ਗਿਆ ਸੀ। ਪਰ ਫਿਰ ਵੀ ਇਸ ਗੱਲਬਾਤ ਦੇ ਉੱਤੇ ਇਸ ਵੇਲੇ ਚਰਚਾ ਚੱਲ ਰਹੀ ਹੈ ਕਿ ਕੀ ਇਹ ਪ੍ਰੋਸੈਸ ਨੂੰ ਤੇਜ਼ ਨਹੀਂ ਕੀਤਾ ਜਾ ਸਕਦਾ ਸੀ, ਕੀ 1 ਘੰਟਾ ਬਹੁਤ ਜ਼ਿਆਦਾ ਨਹੀਂ ਹੈ ਕਿ ਜਦੋਂ ਤੱਕ ਪੁਲਿਸ ਉਸ ਸਾਰੀ ਚੀਜ਼ ਨੂੰ ਅਸੈਸ ਕਰਦੀ ਹੈ ਕਿ ਇਹ ਉਸ ਥ੍ਰੈਸ਼ਹੋਲਡ ਨੂੰ ਮੀਟ ਕਰਦਾ ਆ ਕੇਸ ਜਾਂ ਨਹੀਂ। ਪਰ ਫਿਰ ਵੀ ਇਹ ਸਾਰੀ ਚਰਚਾ ਇਹਦੇ ਬਾਵਜੂਦ ਇਹ ਘਟਨਾ ਬਹੁਤ ਦਿਲ ਦਹਿਲਾ ਦੇਣ ਵਾਲੀ ਹੈ। ਬੱਚੇ ਦਾ ਇਸ ਤਰ੍ਹਾਂ ਜਿਹੜਾ ਗੁੰਮ ਹੋ ਜਾਣਾ। ਔਰ ਥੋੜ੍ਹੇ ਦਿਨ ਪਹਿਲਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ ਸੀ ਵੈਨਕੂਵਰ ਦੇ ਵਿੱਚ, ਉੱਥੇ ਕਾਰ ਦੇ ਵਿੱਚ ਇੱਕ ਬੱਚਾ ਕਾਰ ਸੀਟ ਦੇ ਵਿੱਚ ਤੇ ਉਹਦੀ ਮਾਂ, ਦੋਵੇਂ ਜਣੇ ਅਨਲੌਕ ਕਰਕੇ ਕਾਰ ਦੇ ਵਿੱਚ ਸੁੱਤੇ ਪਏ ਸੀ। ਇੱਦਾਂ ਕਹਿ ਲਓ ਕਿ ਸਾਇੰਸ ਵਰਲਡ ਦੇ ਬਾਹਰ ਨੈਪ ਲੈ ਰਹੇ ਸੀ ਤੇ ਇੰਨੇ ਨੂੰ ਇੱਕ ਵਿਅਕਤੀ ਨੇ ਦੇਖਿਆ ਵੀ ਕਾਰ ਚੱਲਦੀ ਆ ਤੇ ਉਹ ਬਿਨਾਂ ਦੇਖਿਓ ਵੀ ਔਰਤ ਪਹਿਲਾਂ ਹੀ ਕਾਰ ਦੇ ਵਿੱਚ ਆ, ਉਹ ਸੀਟ ਦੇ ਉੱਤੇ ਬੱਚੇ ਦੇ ਨਾਲ ਬੈਠੀ ਆ। ਉਹਨੇ ਕਾਰ ਨੂੰ ਦੌੜਾਉਣ ਦੀ, ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਦੇਖਿਆ ਕਿ ਕਾਰ ਦੇ ਵਿੱਚ ਔਰਤ ਆ ਤਾਂ ਉਹ ਚੋਰ ਉਹਨੂੰ ਦੇਖ ਕੇ ਦੌੜ ਗਿਆ, ਪਰ ਕੋਈ ਵੀ ਫਿਜ਼ੀਕਲ ਇੰਜਰੀ ਉਹਨਾਂ ਨੂੰ ਨਹੀਂ ਹੋਈ। ਸੋ ਇਹ 2 ਘਟਨਾਵਾਂ ਕਿ ਚੱਲਦੀ ਕਾਰ ਦੇ ਵਿੱਚ ਬੱਚੇ ਦੇ ਸਮੇਤ ਕਾਰ ਨੂੰ ਲੈ ਜਾਣਾ ਤੇ ਦੂਜੀ ਦੇ ਵਿੱਚ ਔਰਤ, ਮਾਂ ਤੇ ਬੱਚਾ ਦੋਵਾਂ ਦੇ ਨੂੰ ਕਾਰ ਨੂੰ ਲਿਜਾਣ ਦੀ ਕੋਸ਼ਿਸ਼ ਕਰਨੀ, ਸੱਚਮੁੱਚ ਚਿੰਤਾ ਦਾ ਕਾਰਨ ਜ਼ਰੂਰ ਬਣਦੀਆਂ। ਦੁਨੀਆ ਦੇ ਵਿੱਚ ਔਰਤ ਹਮੇਸ਼ਾ ਦੂਜੇ ਨੰਬਰ ਦੇ ਉੱਤੇ ਰਹੀ ਆ। ਇਹਨੂੰ ਦਜੂਲਾ ਸ਼ਹਿਰੀ ਸਮਝਿਆ ਜਾਂਦਾ, ਚਾਹੇ ਇਹ ਵਿਕਸਿਤ ਦੇਸ਼ ਹੋਣ ਜਾਂ ਵਿਕਾਸਸ਼ੀਲ ਦੇਸ਼ ਹੋਣ। ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਔਰਤ ਦੀ ਹਾਲਤ ਜਿਸ ਤਰ੍ਹਾਂ ਦੀ ਹੁੰਦੀ ਹੈ ਉਹਦੇ ਤੁਸੀਂ ਸਾਰੇ ਭਲੀ ਭਾਂਤ ਜਾਣੋ ਆ। ਪਰ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਔਰਤਾਂ ਨੇ ਖਾਸ ਕਰ ਇੱਕ ਖਾਸ ਰੇਸ ਦੀਆਂ ਜਾਂ ਜਿਹੜੀਆਂ ਇੱਕ ਖਾਸ ਰੇਸ ਦੀਆਂ ਨਹੀਂ ਆ, ਉਹਨਾਂ ਨੂੰ ਇਹ ਦੋਹਰੇ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ। ਵੈਨਕੂਵਰ ਦੇ ਵਿੱਚ ਬੈਟਰਡ ਵੂਮਨਸ ਸਪੋਰਟ ਸਰਵਿਸਿਜ਼ ਨੇ ਇੱਕ ਕਲਰ ਆਫ ਵਾਇਲੈਂਸ ਕੈਂਪੇਨ ਲਾਂਚ ਕੀਤੀ ਆ। ਜਿਹੜੇ ਇਹਦੇ ਐਡਵੋਕੇਟਸ ਆ ਉਹ ਕਹਿ ਰਹੇ ਆ ਕਿ ਜਿਹੜਾ ਸਿਸਟਮ ਸਪੋਰਟ ਆ ਜਾਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨਾ ਸਰਵਾਈਸਿਸ ਦੇ ਲਈ, ਖਾਸ ਕਰ ਵੂਮਨ ਆਫ ਕਲਰ ਜਿਹੜੀਆਂ ਰੰਗਦਾਰ ਔਰਤਾਂ ਨੇ, ਜਾਣੀ ਕਿ ਜਿਨ੍ਹਾਂ ਦਾ ਰੰਗ ਚਿੱਟਾ ਨਹੀਂ ਆ, ਕਿਸੇ ਵੀ ਦੂਜੇ ਰੰਗ ਦੀਆਂ ਔਰਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਘੱਟ ਗਿਣਤੀ ਦੇ ਵਿੱਚ ਹੁੰਦੀਆਂ ਆ, ਉਹਨਾਂ ਦੇ ਉੱਤੇ ਜਿਹੜੀ ਵਾਇਲੈਂਸ ਹੋ ਰਹੀ ਆ ਉਹਨੂੰ ਰੋਕਣ ਦੇ ਲਈ ਕੁਝ ਖਾਸ ਯਤਨ ਕਰਨ ਦੀ ਲੋੜ ਆ। ਬਹੁਤ ਸਾਰੀਆਂ ਔਰਤਾਂ ਦੇ ਵਾਂਗੂ ਬਹੁਤ ਸਾਰੇ ਜਿਹੜੇ ਇੱਥੇ ਉਹ ਕੁਝ ਵੀ ਹੁੰਦਾ ਕਿ ਉਸ ਔਰਤ ਦਾ ਪਾਰਟਨਰ, ਉਹਦਾ ਪਤੀ ਉਹਦੇ ਉੱਤੇ ਕਿਸੇ ਨਾ ਤਰ੍ਹਾਂ ਜ਼ੁਲਮ ਕਰ ਰਿਹਾ। ਕਿਉਂਕਿ ਬਹੁਤੀਆਂ ਇਮੀਗ੍ਰੈਂਟਸ ਹੁੰਦੀਆਂ, ਇਹਨਾਂ ਦੇ ਕੋਲੇ ਭਾਸ਼ਾ ਦੀ ਸਮੱਸਿਆ ਹੁੰਦੀ ਆ। ਕਈ ਜਿਹੜੇ ਜਾਪਾਨ ਤੋਂ ਜਾਂ ਦੂਜੇ ਦੇਸ਼ਾਂ ਦੇ ਵਿੱਚ ਆਉਂਦੇ ਉਹਨਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ। ਤੇ ਜਿੱਥੇ ਫਿਰ ਉਹ ਕਹਿੰਦੇ ਜਿਹੜਾ ਪੁਲਿਸ ਆਫੀਸਰ ਵੀ ਚਿੱਟੇ ਰੰਗ ਦਾ ਆ, ਜਿੱਥੇ ਜੱਜ ਵੀ ਚਿੱਟੇ ਰੰਗ ਦਾ ਆ, ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਆ, ਉਸ ਸਾਰੇ ਕੁਛ ਦੇ ਵਿੱਚ ਇਹ ਔਰਤਾਂ ਜਿਹੜੀਆਂ ਇਸ ਮੇਨ ਸਟਰੀਮ ਦੇ ਨਾਲ ਸੰਬੰਧ ਨਹੀਂ ਰੱਖਦੀਆਂ, ਉਹਨਾਂ ਨੂੰ ਦੋਹਰੇ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ। ਜੇ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ, ਉਹਨਾਂ ਦਾ ਪਾਰਟਨਰ ਜ਼ੁਲਮ ਕਰਦਾ, ਤਾਂ ਜਿਹੜੀਆਂ ਸਪੋਰਟ ਸਰਵਿਸਿਜ਼ ਉਹ ਲੱਭ ਸਕਦੀਆਂ। ਭਾਸ਼ਾ ਦੀ ਦਿੱਕਤ, ਉਹਨਾਂ ਦੀ ਜਿਹੜੀ ਇੱਕ ਆਪਣੀ ਜਿਹੜੀ ਕਲਚਰਲ ਸੇਫਟੀ ਆ, ਅਵੇਅਰਨੈਸ ਆ, ਉਹਦੇ ਵਿੱਚ ਉਹ ਔਰਤਾਂ ਆਮ ਤੌਰ ਦੇ ਉੱਤੇ ਕਹਿੰਦੇ ਆਈਸੋਲੇਟਡ ਫੀਲ ਕਰਨ ਲੱਗ ਜਾਂਦੀਆਂ। ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਪੂਰੇ ਦਾ ਪੂਰਾ ਸਿਸਟਮ ਉਹਨਾਂ ਨੂੰ ਲੱਗਦਾ ਕਿ ਇੱਕ ਪਾਸੇ ਆ ਤਾਂ ਅਸੀਂ ਇੱਕ ਪਾਸੇ ਆ, ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਆ। ਇਹਨੂੰ ਠੀਕ ਠਾਕ ਕਰਨ ਦੇ ਲਈ ਜਿਹੜਾ ਇੱਕ ਨਵਾਂ ਇਨੀਸ਼ੀਏਟਿਵ ਲਿਆ ਗਿਆ, ਵੈਨਕੂਵਰਸ ਬੈਟਰਡ ਵੂਮਨਸ ਸਪੋਰਟ ਸਰਵਿਸਿਜ਼ BWSS, ਇਹ ਇਸ ਗੱਲ ਪਾਸੇ ਕੰਮ ਕਰ ਰਿਹਾ ਕਿ ਜ਼ਿਆਦਾ ਇਹਨਾਂ ਨੂੰ ਜਿਹੜੀ ਜੈਂਡਰ ਬੇਸਡ ਵਾਇਲੈਂਸ ਆ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਘੱਟ ਕਰਨ ਦੇ ਲਈ, ਉਹਨਾਂ ਮਰਦਾਂ ਦੇ ਜ਼ੁਲਮ ਦਾ ਸ਼ਿਕਾਰ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਕੁਝ ਨਾ ਕੁਝ ਚੰਗੇ ਯਤਨ ਕੀਤੇ ਜਾਣ। ਇਸ ਸੰਸਥਾ ਦੀ ਐਗਜ਼ੀਕਿਊਟਿਵ ਡਾਇਰੈਕਟਰ ਆ ਐਂਜੀਲਾ ਮੈਰੀ ਮੈਕਡਵ। ਉਹ ਕਹਿ ਰਹੀ ਆ ਕਿ ਜਿਹੜੀ ਕਲਰ ਆਫ ਵਾਇਲੈਂਸ ਕੈਂਪੇਨ ਆ, ਇਹ ਬਹੁਤ ਸਾਲਾਂ ਤੋਂ ਅਸੀਂ ਇਹਨਾਂ ਔਰਤਾਂ ਦੇ ਲਈ ਚਲਾ ਰਹੇ ਹਾਂ, ਜਿਹੜੀਆਂ ਬਲੈਕ ਇੰਡੀਜੀਨੀਅਸ ਰੇਸ਼ਲਾਈਜ਼ਡ ਸਰਵਾਈਵਰਸ ਦੀਆਂ ਡੋਮੈਸਟਿਕ ਤੇ ਸੈਕਸ਼ੂਅਲਾਈਜ਼ਡ ਵਾਇਲੈਂਸ ਦੀਆਂ, ਉਹ ਬਹੁਤ ਵੱਡੇ ਕਹਿੰਦੇ ਸੰਕਟ ਦਾ ਸ਼ਿਕਾਰ ਨੇ ਇਸ ਵੇਲੇ। ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਜਾਣ ਤੋਂ ਵੀ ਬਚਦੀਆਂ ਆ। ਕਈ ਤਰ੍ਹਾਂ ਦੀ ਜਿਹੜੀ ਸਿਸਟੈਮਿਕ ਰੇਸਿਜ਼ਮ ਆ ਉਹਦਾ ਵੀ ਉਹਨਾਂ ਨੂੰ ਸ਼ਿਕਾਰ ਹੋਣਾ ਪੈਂਦਾ ਆ। ਤੇ ਇਹ ਇੱਕ ਵੱਡੀ ਸਮੱਸਿਆ ਇਹਨਾਂ ਸਾਰਿਆਂ ਦੇ ਵਿੱਚ ਆ ਰਹੀ ਹੈ। ਰੇਸਿਜ਼ਮ ਜਿਹੜਾ ਉਹ ਸਿਸਟੈਮਿਕ ਹੈਗਾ ਆ ਤੇ ਇਹਦਾ ਇੰਪੈਕਟ ਡਿਫਰੈਂਟ ਕਮਿਊਨਿਟੀਜ਼ ਦੇ ਉੱਤੇ ਤੇ ਡਿਫਰੈਂਟ ਕਮਿਊਨਿਟੀਜ਼ ਦੀਆਂ ਔਰਤਾਂ ਦੇ ਉੱਤੇ ਵੱਖਰੇ ਤਰੀਕੇ ਦੇ ਨਾਲ ਪੈ ਰਿਹਾ ਆ।
ਸੋ ਉਹਨਾਂ ਦੇ ਜਿਹੜੇ ਐਕਸਪੀਰੀਅੰਸਿਸ ਨੇ ਇਸ ਮਾਮਲੇ ਦੇ ਵਿੱਚ ਵੱਖ-ਵੱਖ ਨੇ। ਉਹ ਕਹਿੰਦੇ ਅਸੀਂ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਸਰਵਾਈਵਰਸ ਦੇ ਸਰਵੇ ਕਰਾ ਰਹੇ ਹਾਂ, ਉਹਨਾਂ ਕੋਲੋਂ ਜਾਣ ਰਹੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਆਉਂਦਾ। ਫਿਰ ਐਂਟੀ ਰੇਸਿਜ਼ਮ ਲੈਜਿਸਲੇਸ਼ਨ ਦੇ ਲਈ ਵੀ ਉਹ ਕੰਮ ਕਰ ਰਹੇ ਆ। ਤੇ ਉਹ ਕਹਿੰਦੇ ਇਸ ਵੇਲੇ ਇਹ ਸਮਾਂ ਹੈ ਕਿ ਜਿਹੜੀਆਂ ਬਲੈਕ ਇੰਡੀਜੀਨੀਅਸ ਜਾਂ ਰੇਸ਼ਲਾਈਜ਼ਡ ਸਰਵਾਈਵਰਸ ਨੇ ਡੋਮੈਸਟਿਕ ਤੇ ਸੈਕਸ਼ੂਅਲ ਵਾਇਲੈਂਸ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਦੀ ਆਵਾਜ਼ ਨੂੰ ਸੁਣਿਆ ਜਾਵੇ। ਕੋਈ ਇੱਦਾਂ ਦੀ ਪਾਲਿਸੀ ਬਣਾਉਣ ਦੇ ਲਈ ਸਰਕਾਰ ਦੇ ਉੱਤੇ ਜ਼ੋਰ ਪਾਇਆ ਜਾਵੇ ਕਿ ਜਿਹੜਾ ਇਹਨਾਂ ਨੂੰ ਮਦਦ ਹੋ ਸਕੇ। BWSS ਇਹੋ ਜਿਹੀ ਇੱਕ ਸਰਵਿਸਿਜ਼ ਆ ਜਿਹੜੀ ਇਹਨਾਂ ਸਾਰੀਆਂ ਦੇ ਲਈ ਕੰਮ ਕਰ ਰਹੀ ਹੈ ਤੇ ਉਹ ਹੋਰ ਔਰਤਾਂ ਨੂੰ ਵੀ ਕਹਿ ਰਹੀ ਹੈ ਕਿ ਇਹਨਾਂ ਦੇ ਨਾਲ ਜੁੜਿਆ ਜਾਵੇ। ਜਿਹੜੀ ਕ੍ਰਾਈਸਿਸ ਲਾਈਨ ਆ ਉਹਦੇ ਉੱਤੇ ਵੀ ਕੰਮਕਾਰ ਹੋ ਰਿਹਾ ਤੇ ਜਿਹੜਾ ਕੋਈ ਵੀ ਇਸ ਮਾਮਲੇ ਦੇ ਵਿੱਚ ਸੇਫ ਨਹੀਂ ਆ ਤਾਂ ਉਹ ਇਹਨਾਂ ਦੇ ਨਾਲ ਕੰਟੈਕਟ ਕਰ ਸਕਦਾ ਹੈ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੈਨੇਡਾ ਦੇ ਵਿੱਚ ਸਿਸਟਮ ਕੰਮ ਕਿੱਦਾਂ ਕਰਦਾ, ਇੱਥੇ ਕਿਸ ਤਰ੍ਹਾਂ ਤੁਸੀਂ ਉਹਨਾਂ ਤੱਕ ਜਾਣਾ, ਕਿਸ ਤਰ੍ਹਾਂ ਸਿਸਟਮ ਤੱਕ ਪਹੁੰਚਣਾ ਹੈ। ਜੇ ਤੁਹਾਡਾ ਪਾਰਟਨਰ ਤੁਹਾਡੇ ਉੱਤੇ ਜ਼ੁਲਮ ਕਰ ਰਿਹਾ ਤੁਸੀਂ ਕੀ ਕਰ ਸਕਦੇ ਹੋ, ਤੁਹਾਡੇ ਰਾਈਟਸ ਕੀ ਆ। ਜਿਹੜੇ ਫਿਰ ਉਹ ਜਿਹੜੀ ਉਹੀ ਗੱਲ ਆ ਕਿ ਕੋਕੇਸ਼ੀਅਨ ਨੇ ਸਾਰੇ ਜਿਹਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ, ਉਹ ਕੋਕੇਸ਼ੀਅਨ ਆ, ਪੁਲਿਸ ਆਫੀਸਰ ਵੀ ਉਹੀ ਆ, ਕਾਉਂਸਲਰ ਵੀ ਉਹੀ ਆ, ਜੱਜ ਵੀ ਕੋਰਟ ਦੇ ਵਿੱਚ ਉਹੀ ਆ ਤੇ ਇੰਗਲਿਸ਼ ਤੁਹਾਨੂੰ ਆਉਂਦੀ ਨਹੀਂ। ਤੇ ਜੇ ਤੁਹਾਡਾ ਪਾਰਟਨਰ ਅੰਗਰੇਜ਼ੀ ਜਾਣਦਾ ਹੈ ਫਿਰ ਤੁਸੀਂ ਤਾਂ ਨੁਕਸਾਨ 'ਚ, ਕਿਉਂਕਿ ਤੁਸੀਂ ਆਪਣੀ ਗੱਲ ਬੈਟਰ ਵੇ ਦੇ ਨਾਲ ਉੱਥੇ ਜਾ ਕੇ ਜੱਜ ਦੇ ਸਾਹਮਣੇ ਦੱਸ ਹੀ ਨਹੀਂ ਸਕਦੇ ਜਾਂ ਪੁਲਿਸ ਨੂੰ ਦੱਸ ਹੀ ਨਹੀਂ ਸਕਦੇ, ਜਦੋਂ ਕਿ ਦੂਜਾ ਵਿਅਕਤੀ ਆਪਣੀ ਗੱਲ ਨੂੰ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਦੱਸ ਰਿਹਾ। ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਣ ਦੇ ਲਈ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਔਰਤਾਂ ਦੀ ਮਦਦ ਕਰਨ ਦੇ ਲਈ ਇਹ ਜਿਹੜੀ ਇਸ ਚੀਜ਼ ਦੇ ਵਿੱਚ ਕੰਮਕਾਰ ਹੋ ਰਿਹਾ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕੋਈ ਨਾ ਕੋਈ ਹੈਲਪਲਾਈਨ ਸ਼ੁਰੂ ਕੀਤੀ ਜਾਵੇ। ਇੱਥੇ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਕੈਨੇਡਾ ਦੇ ਵਿੱਚ ਜਾਂ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਸਾਰਾ ਕੁਝ ਠੀਕ ਠਾਕ ਨਹੀਂ ਹੁੰਦਾ। ਕੁਝ ਹੱਦ ਤੱਕ ਕੁਛ ਨਾ ਕੁਛ ਸਮੱਸਿਆਵਾਂ ਹੁੰਦੀਆਂ ਨੇ ਤੇ ਉਹ ਸਮੱਸਿਆਵਾਂ ਜਿਹੜੀਆਂ ਮੇਨ ਸਟ੍ਰੀਮ ਦੀਆਂ ਔਰਤਾਂ ਨਹੀਂ ਆ ਉਹਨਾਂ ਦੇ ਨਾਲ ਜ਼ਿਆਦਾ ਹੁੰਦੀਆਂ ਨੇ। ਜਿਹੜੇ ਪਿੱਛੇ ਜੇ ਟੋਰਾਂਟੋ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਸੀ, ਇੱਕ ਐਨਾਲਿਸਿਸ ਕੀਤਾ ਗਿਆ ਸੀ, ਇੱਕ ਸਟੱਡੀ ਕੀਤੀ ਗਈ ਸੀ ਜਿਹਦੇ ਵਿੱਚ ਲੱਭਿਆ ਗਿਆ ਸੀ ਕਿ ਜਿਹੜੀਆਂ ਔਰਤਾਂ ਇੰਡੀਅਨ ਓਰੀਜਨ ਦੀਆਂ ਨੇ, ਭਾਰਤ ਤੋਂ ਆਈਆਂ ਨੇ ਜਾਂ ਉਹਨਾਂ ਨੇ ਏਸ਼ੀਆ ਇੱਕ ਵੱਡਾ ਜਿਹੜਾ ਵਿਊ ਸੀਗਾ ਉਹ ਵੀ ਲਿਆ ਸੀ ਕਿ ਇੱਥੋਂ ਆਉਂਦੀਆਂ ਨੇ, ਉਹਨਾਂ ਦੇ ਵਿੱਚ 2 ਕੁੜੀਆਂ ਤੋਂ ਬਾਅਦ ਤੀਜਾ ਬੱਚਾ ਕਿਹੜਾ ਪੈਦਾ ਹੋ ਰਿਹਾ। ਤੇ ਜਿਹੜਾ ਦੱਸਦਾ ਇਹ ਡਾਟਾ ਸੀਗਾ ਕਿ 2 ਕੁੜੀਆਂ ਤੋਂ ਬਾਅਦ ਬਹੁਤਿਆਂ ਦੇ ਤੀਜਾ ਬੱਚਾ ਮੁੰਡਾ ਹੀ ਹੋ ਰਿਹਾ, ਜਦੋਂ ਕਿ ਹੁਣੇ ਅੱਧੀਆਂ ਕੁੜੀਆਂ ਚਾਹੀਦੀਆਂ ਅੱਧੇ ਮੁੰਡੇ ਚਾਹੀਦੇ ਆ। ਫਿਰ 2 ਕੁੜੀਆਂ ਤੋਂ ਬਾਅਦ ਤੀਜਾ ਬੱਚਾ ਮੁੰਡਾ ਕਿਉਂ ਪੈਦਾ ਹੋ ਰਿਹਾ? ਕਿਉਂਕਿ ਕਿਤੇ ਨਾ ਕਿਤੇ ਮੁੰਡੇ ਦੀ ਚਾਹਤ ਆ ਤੇ ਮੁੰਡੇ ਦੀ ਚਾਹਤ ਕਿਤੇ ਨਾ ਕਿਤੇ ਪ੍ਰੈਸ਼ਰ ਦੇ ਥੱਲੇ ਵੀ ਆ ਤੇ ਉਹ ਪ੍ਰੈਸ਼ਰ ਸਮਾਜ ਦਾ ਵੀ ਆ ਤੇ ਔਰਤ ਦੇ ਉੱਤੇ ਕਈ ਕਿਸਮ ਦਾ ਆ। ਤੇ ਇਹ ਜਿਹੜੀਆਂ ਵੂਮਨ ਆਫ ਕਲਰ ਆ ਉਹਨਾਂ ਦੇ ਉੱਤੇ ਇਹ ਪ੍ਰੈਸ਼ਰ ਦੂਜਿਆਂ ਨਾਲੋਂ ਮੰਨਿਆ ਜਾ ਰਿਹਾ ਕਿ ਜ਼ਿਆਦਾ ਵੀ ਹੈ। ਨਸ਼ਿਆਂ ਦੀ ਸਮੱਸਿਆ ਪੂਰੀ ਦੁਨੀਆ ਦੀ ਸਮੱਸਿਆ ਆ। ਦੁਨੀਆ ਦਾ ਕੋਈ ਵੀ ਕੋਨਾ ਇਹਨਾਂ ਨਸ਼ਿਆਂ ਤੋਂ ਮੁਕਤ ਨਹੀਂ ਹੈ, ਪਰ ਕੁਝ ਥਾਵਾਂ ਦੇ ਉੱਤੇ ਨਸ਼ੇ ਜ਼ਿਆਦਾ ਨੇ, ਕੁਝ ਥਾਵਾਂ ਦੇ ਉੱਤੇ ਨਸ਼ੇ ਘੱਟ ਨੇ ਤੇ ਜਿੱਥੇ ਜਿੱਥੇ ਨਸ਼ੇ ਜ਼ਿਆਦਾ ਨੇ ਉੱਥੇ ਯਤਨ ਕੀਤੇ ਜਾ ਰਹੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਘਟਾਇਆ ਜਾਵੇ। ਕੁਝ ਥਾਵਾਂ ਦੇ ਉੱਤੇ ਸਰਕਾਰਾਂ ਸਫਲ ਹੋ ਰਹੀਆਂ ਕਿ ਉਹ ਨਸ਼ੇ ਡਿਕਲਾਈਨ ਵੱਲ ਨੂੰ ਆ ਰਿਹਾ, ਘਟ ਰਿਹਾ, ਪਰ ਕੁਝ ਥਾਵਾਂ ਦੇ ਉੱਤੇ ਸਿਸਟਮ ਸਰਕਾਰਾਂ ਫੇਲ ਹੋ ਰਹੀਆਂ। ਨਸ਼ਿਆਂ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦੀ ਬਜਾਏ ਉਹ ਫੇਲ ਨੇ ਇਸ ਗੱਲ ਦੇ ਵਿੱਚ ਤੇ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਵੱਧ ਰਹੀਆਂ। ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਉਹਨਾਂ ਇਲਾਕਿਆਂ ਦੇ ਵਿੱਚੋਂ ਇੱਕ ਇਲਾਕਾ ਆਉਂਦਾ ਜਿੱਥੇ ਸਰਕਾਰਾਂ, ਸਿਸਟਮ, ਕਾਨੂੰਨ ਪ੍ਰਬੰਧ ਸਾਰੇ ਦਾ ਸਾਰਾ ਪਿਛਲੇ ਸਮੇਂ ਦੇ ਵਿੱਚ ਫੇਲ ਹੋ ਗਿਆ ਨਸ਼ੇ ਨੂੰ ਰੋਕਣ ਦੇ ਵਿੱਚ। ਨਜਾਇਜ਼ ਨਸ਼ਾ ਸ਼ਰੇਆਮ ਸੜਕਾਂ ਦੇ ਉੱਤੇ ਵਿਕ ਰਿਹਾ। ਬਹੁਤ ਸਾਰਾ ਨਸ਼ਾ, ਇਸ ਗੱਲ ਨੂੰ ਸਰਕਾਰਾਂ ਵੀ ਮੰਨਦੀਆਂ ਕਿ ਨਸ਼ਾ ਹੈਗਾ ਆ ਤੇ ਨਸ਼ਾ ਕਰਨ ਦੇ ਲਈ ਉਹਨਾਂ ਨੇ ਸੁਰੱਖਿਅਤ ਥਾਵਾਂ ਵੀ ਬਣਾਈਆਂ ਆ, ਸੇਫ ਇੰਜੈਕਸ਼ਨ ਸਾਈਟਸ ਵੀ ਬਣਾਈਆਂ ਆ ਕਿ ਭਾਈ ਜੇ ਕਿਸੇ ਨੇ ਨਸ਼ਾ ਕਰਨਾ ਇੱਥੇ ਆ ਕੇ ਕਰ ਲਓ, ਘੱਟੋ ਘੱਟ ਤੁਸੀਂ ਨਸ਼ੇ ਨਾਲ ਮਰਨੋਂ ਬਚ ਜਾਓਗੇ, ਅਸੀਂ ਉੱਥੇ ਸੁਪਰਵਿਜ਼ਨ ਦੇ ਅੰਡਰ ਨਸ਼ਾ ਕਰੋਗੇ, ਜੇ ਤੁਹਾਨੂੰ ਕੱਲ੍ਹ ਨੂੰ ਕੋਈ 19-21 ਹੁੰਦੀ ਹੈ ਤੁਹਾਨੂੰ ਚੱਕ ਕੇ ਹਸਪੀਟਲ ਲਿਜਾਇਆ ਜਾ ਸਕਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ਾ ਨਹੀਂ ਰੁਕ ਰਿਹਾ। ਲਗਾਤਾਰ ਅਸੀਂ ਹਰ ਮਹੀਨੇ 15 ਦਿਨ ਜਾਂ 2 ਮਹੀਨੇ ਬਾਅਦ ਤੁਹਾਡੇ ਨਾਲ ਅੰਕੜੇ ਸਾਂਝੇ ਕਰਦੇ ਹਾਂ ਕਿ ਨਸ਼ੇ ਨਾਲ ਇੰਨੀਆਂ ਮੌਤਾਂ ਹੋ ਗਈਆਂ। ਅੱਜ ਫੇਰ ਉਹ ਅੰਕੜੇ ਆਏ ਨੇ ਤੇ ਉਹ ਅੰਕੜੇ ਦੱਸਦੇ ਨੇ ਕਿ ਨਸ਼ਾ ਘਟਣ ਦੀ ਬਜਾਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਗਾਤਾਰ ਵੱਧ ਰਿਹਾ। ਪਹਿਲੇ 9 ਮਹੀਨਿਆਂ ਦੇ ਅੰਕੜੇ ਸਾਹਮਣੇ ਆਏ ਹੈ 2021 ਦੇ ਤੇ ਦੱਸਿਆ ਜਾ ਰਿਹਾ ਕਿ 1500 ਲੋਕਾਂ ਦੀ ਮੌਤ 2021 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਜਿਹੜੀ ਇਹ ਖਤਰਨਾਕ ਡਰੱਗ ਲੈਣ ਦੇ ਨਾਲ ਮੌਤ ਹੋ ਗਈ ਆ। ਜਿਹੜੀ ਲੇਟੈਸਟ ਰਿਪੋਰਟ ਆਈ ਹੈ ਪ੍ਰੋਵਿੰਸ ਦੇ ਚੀਫ ਗਵਰਨਰ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਬਹੁਤ ਸਾਰੀਆਂ ਓਵਰਡੋਜ਼ ਡੈਥ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਦੇ ਵਿੱਚ ਦੇਖੀਆਂ ਗਈਆਂ ਤੇ ਪਹਿਲਾਂ ਇਦਾਂ ਕਦੇ ਹੋਇਆ ਨਹੀਂ। ਕੱਲ੍ਹ ਸਵੇਰੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ 333 ਲੋਕ ਅਗਸਤ ਤੇ ਸਤੰਬਰ ਮਹੀਨੇ ਦੇ ਵਿੱਚ ਇਸ ਸਾਲ ਮਰ ਗਏ ਤੇ 1534 ਤੱਕ ਇਹ ਅੰਕੜਾ ਪਹੁੰਚ ਗਿਆ। ਹੁਣ ਤੱਕ ਗੈਰ ਕਾਨੂੰਨੀ ਵੱਧ ਡੋਜ਼ ਵਾਲੀਆਂ, ਵੱਧ ਪੋਟੈਂਸੀ ਵਾਲੀਆਂ ਡਰੱਗ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਇਹ ਸਭ ਤੋਂ ਵੱਧ ਮੌਤਾਂ ਨੇ। ਪਹਿਲਾਂ ਕਦੇ ਵੀ ਕਿਸੇ ਸਾਲ ਦੇ ਵਿੱਚ ਇੰਨੀਆਂ ਮੌਤਾਂ 9 ਮਹੀਨਿਆਂ ਦੇ ਵਿੱਚ ਨਹੀਂ ਹੋਈਆਂ।
24% ਵਾਧਾ ਪਿਛਲੇ ਸਾਲ ਦੇ ਹਿਸਾਬ ਨਾਲ। पिछले साल जनवरी तो लैके इन्ने समय तक 1240 मौतां होईयां सी ते इस साल 1534 मौतां होईयां। 24% वाधा सेम पीरीयड लास्ट ईयर दे विच देखिया जाए तो यह हैगा। इहदे लई वख-वख यतन कीते जा रहे आ। सरकारां अपने अपने पद्धर दे उत्ते फैडरल गवर्नमेंट, प्रोविंशियल गवर्नमेंट, जिहड़ी साडी सिटी आ, वो पुलिस, वख-वख फोर्सिस इहदे नाल लगियां आ, पर लगदा भी किते ना किते सफलता नहीं मिल रही। कोविड-19 की बहुत सारी चर्चा चली है, बहुत सारी तबाही मचाई है, पर कोविड-19 तो भी ज़्यादा ब्रिटिश कोलंबिया दे विच किते ज़्यादा मौतां नशे दे नाल हो रही हैं। हुण हालांकि डायरैक्ट कंपैरिजन नहीं किया जा सकता, सिचुएशन डिफरेंट हो सकती है जिहड़ी BC दे विच, पर जिहड़ा ये बड़ा क्लीयर आ कि इस पेंडेमिक ने पेंडेमिक दे विच बहुत सारियां मौतां होईयां। 1061 मौतां जिहड़ियां होईयां सी पहले 9 महीनों के टाइम फ्रेम दे विच। ये 12वां लगातार 12वां महीना आ जदों हर महीने घट्टो घट्ट 150 मौत इस ड्रग ओवरडोज दे नाल हो रही है। ये गल पूरे कैनेडा की नहीं, कल्ले ब्रिटिश कोलंबिया की है। 150 मौत तो ज़्यादा हर महीने पिछले लगातार 12 महीनों तो मौतां हो रही हैं। तो एवरेज पर मंथ जिहड़ी हुण इस वेले आ रही है 170 मौतां आ। तो 2016 ਦੇ ਵਿੱਚ ਜਦੋਂ ब्रिटिश कोलंबिया ਦੇ ਪਹਿਲੀ ਵਾਰੀ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਸੀ ਇਸ ਮਾਮਲੇ ਦੇ ਵਿੱਚ, ਜਿਹੜੀ ਅਜੇ ਵੀ ਆ, ਉਸ ਵੇਲੇ ਨਾਲੋਂ ਹੁਣ ਰੇਟ ਇਹ ਡਬਲ ਹੋ ਚੁੱਕਿਆ। ਇਸ ਵੇਲੇ 39.4 ਡੈਥਸ ਨੇ ਪਰ 100,000 ਰੈਜ਼ੀਡੈਂਟਸ ਦੇ ਪਿੱਛੇ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲਿਆਂ ਦੀ। ਤੇ ਜਿਹੜੇ ਬਹੁਤੇ ਮਰ ਰਹੇ ਆ ਉਹਨਾਂ ਦੇ ਵਿੱਚੋਂ 71% ਮਰਨ ਵਾਲਿਆਂ ਦੀ ਉਮਰ 30 ਸਾਲ ਤੋਂ 59 ਸਾਲ ਦੇ ਵਿਚਕਾਰ ਆ, ਤੇ ਬਹੁਤੇ ਮਰਦ ਆ, ਪੁਰਸ਼ ਆ, ਮੇਲ ਆ। हाईएस्ट रेट इस डैथस का इस साल आ जिहड़ा वैनकूवर दे विच, नॉर्थ वैस्ट दे विच, नॉर्थ वैनकूवर आईलैंड दे विच फ्रेजर ईस्ट हैल्थ सर्विसेज डिलीवरी एरियाज दे विच दसी जा रही है। कारण इक्को आ कि जहरीली दवाई आ, टॉक्सिक ड्रग आ, नशा विकदा है गैर कानूनी तौर पर, सारिਆਂ ਨੂੰ पता आ, पर वो नशे की डोज कितनी है। जिहड़ा बंदा अज मान लो इन्ना नशा लै रहा, 1 इंजैक्शन ला रहा जां अद्धा ग्राम कोई नशा वो लै रहा है, कल नूं उन्ने अद्धा ग्राम नशे दे विच हो सकदा दुगना जां 4 गुणा नशा होवे ते जिहड़ा सहार नहीं सके उहदी मौत हो जाती है। ये मुख कारण इहदा बन रहा कि जिहड़ी रलाई जा रही ड्रग आ वो बहुत वड्डी जिहड़ी टॉक्सिसिटी का कारण बन रही है, तो लीडिंग कॉज अननैचुरल डैथस इन BC आ। जिहड़े चीफ गवर्नर ने यह भी कहा आ कि ये बहुत हार्ट ब्रेकिंग न्यूज़ आ कि पहले महीनों के विच ये जिहड़ी टॉक्सिसिटी है ये बहुत ज़्यादा वधी आ। तो फैंटानिल इहदा एक बहुत वड्डा कारण हैगा आ। तो फैंटानिल ते इहदे नाल रलदियां कुछ चीज़ां जिहड़ियां हैगियां वो 84% ड्रग्स दे विचों 2021 दे विच जिन्नियां मौतां होईयां उहदे विच इह फैंटानिल नां दी ड्रग जिम्मेवार दसी जा रही है। तो फैंटानिल ते इहदी एक नाल रलदी मिलदी चीज़ जिहड़ी कारफेंटानिल दसी जा रही है वो इहदे लई सब तो वड्डी इहदे लई जिम्मेवार आ। ਇਹਦੇ तो बाद ਕਹਿੰਦੇ ਜਿਹੜੀਆਂ फैंटानिल तो बाद बहुत सारे लोग ਜਿਹੜੇ कोकीन भी ਲੈਂਦੇ ਆ, मैथफेंटामीन भी ਲੈਂਦੇ ਆ, ਤੇ ਇਹ फैंटामाइन भी ਲੈ ਰਹੇ ਆ, ਜਿਹੜੇ ਕਿਤੇ ਨਾ ਕਿਤੇ ਦੂਜੇ ओपीएट ਡੈਰੀਵੇਟਿਵਸ ਹੈਗੇ ਆ, ਫੀਮ ਜਾਂ ਇਸ ਗਰੁੱਪ ਦੀਆਂ ਜਿਹੜੀਆਂ ਡਰੱਗਸ ਨੇ ਉਹ ਇਹ ਵੱਡਾ ਇੱਕ ਇਸ ਵੇਲੇ ਜਿਹੜਾ ਅਸਰ ਇਹਦੇ ਉੱਤੇ ਪਾ ਰਿਹਾ ਆ। ਹੁਣ ਇਹ ਗੱਲਬਾਤ ਇਹ ਚੱਲ ਰਹੀ ਫਿਰ ਮੌਤਾਂ ਵਧੀਆਂ ਕਿਉਂ? ਪੈਂਡੈਮਿਕ हो गई, बॉर्डर तो बंद आ, बॉर्डर तो समान ही बहुत लिमिटेड जिहा आ रहा, तो जे वो लिमिटेड समान आ रहा तो ये फिर ड्रग कित्थों आ रही है? हुण वो कहंदे आ कि होया ये कि जदों दा बॉर्डर बंद होया बाहरों किते भी पोर्ट तो लैंड बॉर्डर तो बाई एयर कितों भी जिहड़ी ड्रग इत्थे आउणी सी, ये गल दसी जा रही है कि बहुत थोड़ी मात्रा दे विच आउंदी है कि मान लो कुछ पाउंड जिहड़ी ड्रग होगी किलो 2 किलो उहदे नाल ही हज़ारां लखां डोजेस बन जांदियां ते फिर वो मौत का कारण बनदी है। जदों पेंडेमिक दे विच बॉर्डर क्लोज हो गए ਉਹਦੇ ਤੋਂ ਬਾਅਦ ਲੋਕਾਂ ਨੇ ਕਿਹਾ ਵੀ ਇਹ ਨਸ਼ਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਵੇਚਣਾ, ਫਿਰ ਉਹਨਾਂ ਨੇ ਅਲਟਰਨੇਟ ਸੋਰਸਿਸ ਲੱਭਣੇ ਸ਼ੁਰੂ ਕਰ ਦਿੱਤੇ ਵੀ ਜੇ ਫਲਾਣੀ ਡਰੱਗ ਨਹੀਂ ਆ ਰਹੀ ਤੇ ਫਲਾਣੀ ਡਰੱਗ ਦੇ ਵਿੱਚ ਰਲਾ ਕੇ ਫਲਾਣੀ ਡਰੱਗ ਦੇ ਦਿਓ, ਉਹਦੇ ਨਾਲ ਨਸ਼ਾ ਹੋ ਜਾਊਗਾ। ਉਹ ਬਹੁਤ ਵੱਡਾ ਮੌਤਾਂ ਦਾ ਕਾਰਨ ਬਣਿਆ ਕਿ ਉਹਦੀ ਪੋਟੈਂਸੀ ਨਹੀਂ ਪਤਾ ਕਿੰਨੀ ਹੈ, ਉਹਦੀ ਤਾਕਤ ਕਿੰਨੀ ਹੈ ਡਰੱਗ ਦੀ, ਇਹੀ ਨਹੀਂ ਪਤਾ, ਜਾਂ ਉਹਦੀ ਡਿਗਰੀ ਕਿੰਨੀ ਹੈ ਜਿਹਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਉਹ ਹੀ ਨਹੀਂ ਲੋਕਾਂ ਨੂੰ ਪਤਾ ਲੱਗ ਰਿਹਾ, ਤੇ ਉਹ ਨਸ਼ੇ ਦੇ ਕਾਰਨ ਉਹਨਾਂ ਦੀ ਮੌਤ ਹੋ ਰਹੀ ਹੈ। ਦੂਜਾ, ਬਹੁਤਿਆਂ ਨੇ ਆਪਣੀ ਮੈਨੂਫੈਕਚਰਿੰਗ ਸ਼ੁਰੂ ਕਰ ਦਿੱਤੀ कि किसी ना किसी तरह आप इनू लोकल बना लिया जाए तो फिर उन्होंने वेचिया जाए। दूजा, फिजिकल डिस्टेंसिंग का रूल सीगा, तुसीं अंदर नहीं जाते, लोगों ने थोड़ा जिहा हैजिटेट हो गए हॉस्पिटल जाने तो, भी कोई उदां दी गलबात हुंदी हॉस्पिटल ना जाना पवे, जां ਜਿਹੜੀਆਂ ਉਹਨਾਂ ਸੁਪਰਵਾਈਜ਼ਡ ਥਾਵਾਂ ਸੀ ਜਿਹੜੀਆਂ ਸਰਕਾਰ ਨੇ ਬਣਾਈਆਂ ਕਿ ਜੇ ਕਿਸੇ ਨੇ ਨਸ਼ਾ ਕਰਨਾ ਇੱਥੇ ਆ ਕੇ ਨਸ਼ਾ ਕਰ ਲਓ ਤਾਂ ਤੁਹਾਡਾ ਬਚਾਅ ਹੋ ਜਾਊਗਾ, ਉੱਥੇ ਵੀ ਜਾਣੋਂ ਲੋਕ ਘਟ ਗਏ। ਤੇ ਜਿਹਦਾ ਸਿੱਧਾ ਨਤੀਜਾ ਸਾਡੇ ਸਾਹਮਣੇ ਆਇਆ
कि सेफ सप्लाई जी ड्रग की सी वो नहीं हुई। लोकल जड़ियाँ ड्रग्स बन लग पईयां, कुछ वो नशे की ज़्यादा वाध घाट होने लग पई, लोगों को पता नहीं लग रहा कि इहदी डोज कितनी लैनी है। तो ये सारा कुछ इस वेले एक वड्डा कारण बन गया कि जिहड़ा BC दे विच हुण तक दियां पहले 9 महीनों दे विच 1500 तो ज़्यादा मौतां होणीਆਂ और लगातार जिहड़ी हैगी है ये जिहड़ी इस गिणती दे विच वाधा होना, इहदा ना रुकना। बहुत वड्डे पद्धर दे उत्ते इन्वेस्टमेंट सरकारां इस मामले दे विच कर रही हैं, पर अजे तक इहदा कोई सार्थक नतीजा साडे सामने नहीं आ। कैनेडा वर्गा मुल्क हर व्यक्ति नूं उहदे अपने भाव प्रगट करन दी आज़ादी दिंदा, ते बहुती वारी लोग ਜਿਹੜੇ आम तौर के उत्ते गल सानू ठीक नहीं जापदी हुंदी उस तरीके दे नाल बोलण नूं भी अपना हक समझदे आ, बोलदे भी आ ते सरकारां दी इजाजत भी दिंदियां। लगभग ये गल तय आ कि जिहड़ी साइंस के कुछ फैक्ट्स नूं गलत नहीं सिद्ध किया जा सकता। वैक्सीन ने कोविड नाल होण वालीआं मौतां नूं रोकण दे विच मदद कीती आ। जिन्ने लोगों ने वैक्सीन लवाई आ उन्हां दी मौत कोविड नाल बहुत घट ना दे बराबर हुई है, तो जिन्होंने वैक्सीन नहीं लवाई सी उन्हां दी मौत ज़्यादा हुई है। ये इस वेले अंकड़े दस रहे आ ते लोग इस गल नूं समझ भी रहे आ। इसे गल नूं अगे वधाउण दे लई वैक्सीन नूं मैंडेटरी किया गया। बहुत सारे देशों के विच, कैनेडा दे विच भी वख-वख विभागां दे विच इहनूं मैंडेटरी किया गया भी वैक्सीन लवाउणी जरूरी है। जे तुसीं वैक्सीन नहीं लवाउंदे तुहानूं फलाणियां सहूलतां नहीं दित्तियां जा सकदियां, तुसीं टूरनामेंट मैच नहीं देख सकदे, तुसीं इंडोर इवेंट दे विच नहीं जा सकदे, तुसीं रेस्टोरेंट दे विच नहीं जा सकदे। अमेरिका दे विच बहुत वड्डे वड्डे यतन करके सरकार ने देख लिया, मिलियन डॉलर के इनाम रख के देख लिया, लोगों को फ्री बीयर दे के देख ली, पैसे दे के देख लिया, मनी दे के देख ली, पर लोगों ने वैक्सीन नहीं लवाई। तो अंकड़े दस रहे हैं कि जदों दी उन्होंने जरूरी की आ ਉਹਦੇ ਤੋਂ ਬਾਅਦ वैक्सीन ਲਵਾਉਣ ਦੀ ਦਰ ਦੇ ਵਿੱਚ ਵਾਧਾ ਹੋ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਹ ਵੈਕਸੀਨ ਜ਼ਰੂਰੀ ਕੀਤੀ ਗਈ ਹੈ, ਪਰ ਕੁਝ ਲੋਕ ਕਹਿੰਦੇ ਆ ਕਿ ਇਹ ਵੈਕਸੀਨ ਜ਼ਰੂਰੀ ਕਰਨਾ ਜਾਂ ਵੈਕਸੀਨ ਪਾਸਪੋਰਟ ਲੈ ਕੇ ਆਉਣਾ ਕਿ ਤੁਹਾਡੇ ਵੈਕਸੀਨ ਲੱਗੀ ਹੈ ਦਾ ਸਬੂਤ ਦਿਖਾਓ, ਇਹ ਗਲਤ ਆ। ਇਸੇ ਤਰ੍ਹਾਂ ਦੀ ਇੱਕ ਪਟੀਸ਼ਨ ਐਬਸਫੋਰਡ ਦੀ ਇੱਕ ਔਰਤ ਨੇ ਸ਼ੁਰੂ ਕੀਤੀ ਹੈ, ਜਿਹਨੂੰ ਐਬਸਫੋਰਡ MP ਐਡਫਾਸਟ ਨੇ ਆਥੋਰਾਈਜ਼ ਕੀਤਾ। ਉਹ ਸਰਕਾਰ ਨੂੰ ਕਹਿ ਰਹੀ ਹੈ ਕਿ ਜਿਹੜੀ ਮੈਂਡੇਟਰੀ ਵੈਕਸੀਨ ਪਾਸਪੋਰਟ ਆ ਇੰਟਰਨੈਸ਼ਨਲ ਟਰੈਵਲ ਦੇ ਲਈ ਜਾਣ ਲਈ ਜਾਂ ਇੱਥੋਂ ਆਉਣ ਦੇ ਲਈ ਇਹਨੂੰ ਖਤਮ ਕੀਤਾ ਜਾਵੇ। ਇਹਦੇ ਲਈ ਪਟੀਸ਼ਨ ਨੇ ਸਟਾਰਟ ਕੀਤੀ ਆ। ਲੀਜ਼ਾ ਬੋਰਟ ਉਹਦਾ ਨਾਂ ਦੱਸ ਰਹੇ ਆ ਤੇ ਉਹ ਕਹਿੰਦੇ ਜਿਹੜੀ ਉਹਦਾ ਰੋਲ ਆਫ ਅਸਿਸਟੈਂਟ ਸੈਕਟਰੀ ਆਫ ਸੈਨੇਟ ਐਟ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ UFV ਦੇ ਵਿੱਚ ਹੈਗੀ ਹੈ। ਪਟੀਸ਼ਨ ਦੇ ਉੱਤੇ 39,401 ਯਾਨੀ ਕਿ 40,000 ਦੇ ਕਰੀਬ ਲੋਕਾਂ ਨੇ ਦਸਤਖਤ ਕਰ ਦਿੱਤੇ ਆ ਕਿ ਅਸੀਂ ਤੇਰੇ ਨਾਲ ਸਹਿਮਤ ਆ। ਇਹ ਜਿਹੜੀ ਮੈਂਡੇਟਰੀ ਵੈਕਸੀਨ ਪਾਸਪੋਰਟ ਆ ਇਹ ਨਹੀਂ ਹੋਣਾ ਚਾਹੀਦਾ। सो ये 40,000 ਦੇ ਵਿੱਚੋਂ 10,000 ਦੱਸਿਆ ਜਾ ਰਿਹਾ ਕਿ ਲਗਭਗ 10,000 ਜਿਹੜੇ ਸਿਗਨੇਚਰ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਆ। ਹੁਣ ਆਸ ਸਰਕਾਰ ਦੇ ਮੂਹਰੇ ਇਹ ਕਰ ਰਹੇ ਆ ਉਹ ਕਿ ਸਰਕਾਰ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਪਾਸਪੋਰਟ ਨੂੰ ਖਤਮ ਕਰ ਦੇਵੇ, ਵੈਕਸੀਨ ਪਾਸਪੋਰਟ ਨੂੰ। ਇਹ ਪਟੀਸ਼ਨ ਇਹ ਕਹਿੰਦੀ ਆ ਕਿ ਪਾਸਪੋਰਟ ਮਿਲੀਅਨਸ ਉਹਨਾਂ ਲੱਖਾਂ ਲੋਕਾਂ ਨੂੰ ਪਨਿਸ਼ ਕਰ ਰਿਹਾ, ਸਜ਼ਾ ਦੇ ਰਿਹਾ ਜਿਨ੍ਹਾਂ ਨੇ ਵੈਕਸੀਨ ਜਾਂ ਨਹੀਂ ਲਵਾਈ ਜਾਂ ਉਹਦੇ ਵਿੱਚ ਕਿਸੇ ਵੀ ਮੈਡੀਕਲ डिसीजन दे विच उन्हां दी जिहड़ी आज़ादी आ उन्हां दी जिहड़ी अपनी मर्जी आ उहनूं खत्म कर रहा कि उन्हां दी जिहड़ी फ्री मैडिकल चॉइस आ उहनूं खत्म कर रहा ते ये भी कह रहा कि जिहड़ा वैक्सीन पासपोर्ट आ ये ब्रीच आ कैनेडियन चार्टर ऑफ राइट्स दी। ये गल इस पटीशन दे विच कही आ ते लोकां नूं उन्होंने सद्दा दिता कि तुसीं अपनी आज़ादी दे लई साडे नाल रलो, साडे पटीशन दे उत्ते साइन करो। ਹੁਣ ਪਤਾ ਨਹੀਂ ਇਹਦੇ ਬਾਰੇ ਉਹ ਕਿੰਨੀ ਕੁ ਗੱਲਬਾਤ ਚੱਲਦੀ ਆ। ਵੈਕਸੀਨ ਪਾਸਪੋਰਟ ਪਾਲਿਸੀ ਦੇ ਉੱਤੇ ਕਈ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ। ਸੋ ਇਹ ਫੈਡਰਲ ਇਲੈਕਸ਼ਨ ਦੇ ਵਿੱਚ ਸਤੰਬਰ ਦੇ ਵਿੱਚ ਵੀ ਇਹ ਸਾਰਾ ਕੁਝ ਮੁੱਦਾ ਸਾਡੇ ਸਾਹਮਣੇ ਸੀਗਾ। ਸੋ ਹੁਣ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਖਬਰ ਆ ਲੋਕਾਂ ਤੱਕ ਪਹੁੰਚ ਰਹੀ ਆ। ਅੱਜ ਜਦੋਂ ਜਿਹੜੀ 30 ਅਕਤੂਬਰ ਤੱਕ ਜਿਹੜਾ ਪਿਛਲੇ ਸਮੇਂ 30 ਅਕਤੂਬਰ ਨੂੰ ਜਦੋਂ ਅਸੀਂ ਗੱਲ ਕਰਦੇ ਸੀ ਤਾਂ 73.96% ਲੋਕ ਫੁੱਲੀ ਵੈਕਸੀਨੇਟਡ ਸੀਗੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 75.59 75% ਦੇ ਕਰੀਬ ਲੋਕ ਫੁੱਲੀ ਵੈਕਸੀਨੇਟਡ ਨੇ। ਤੇ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਔਰਤ ਉਹਨਾਂ ਦੇ ਉੱਤੇ ਕਿੰਨੀ ਕੁ ਨੇ ਬੇਨਤੀ ਕੀਤੀ ਆ, ਕੀ ਉਹਦੀ ਕਮਿਊਨੀਕੇਸ਼ਨ ਹੋਈ ਆ। ਪਰ ਹੁਣ ਉਹ ਇਹ ਪਟੀਸ਼ਨ ਕਿੱਥੇ ਤੱਕ ਪਹੁੰਚਦੀ ਹੈ, ਕੀ ਇਹਦਾ ਕੋਈ ਅੱਗੇ ਜਾ ਕੇ ਅਸਰ ਹੁੰਦਾ, ਇਹ ਵੀ ਇੱਕ ਦੇਖਣ ਵਾਲੀ ਗੱਲ ਹੋਊਗੀ। ਪਰ ਜਿੱਥੇ ਇੱਕ ਪਾਸੇ ਸਰਕਾਰਾਂ ਸਾਰਾ ਪ੍ਰਬੰਧ ਜ਼ੋਰ ਲਾ ਰਿਹਾ ਕਿ ਵੈਕਸੀਨ ਲਵਾਓ, ਵੈਕਸੀਨ ਮੈਂਡੇਟਰੀ ਕਰੋ, ਵੈਕਸੀਨ ਪਾਸਪੋਰਟ ਜ਼ਰੂਰੀ ਕਰੋ, ਉੱਥੇ ਉਹਦੇ ਪੈਰਲਲ ਕੁਛ ਗੱਲਾਂ ਇਸ ਤਰ੍ਹਾਂ ਦੀਆਂ ਵੀ ਚੱਲ ਰਹੀਆਂ ਕਿ ਇਹਦੇ ਖਿਲਾਫ ਪਟੀਸ਼ਨਸ ਸ਼ੁਰੂ ਹੋ ਰਹੀਆਂ। ਵਿਸ਼ਵ ਦੇ ਬਹੁਤੇ ਹਿੱਸਿਆਂ ਦੇ ਵਿੱਚ ਕੋਵਿਡ ਇਸ ਵੇਲੇ ਘਟ ਰਿਹਾ,
ਭਾਵੇਂ ਵੈਕਸੀਨੇਸ਼ਨ ਨਾਲ ਚੱल रही है, वैक्सीनेशन पूरी तरह दुनिया ਦੇ ਵਿੱਚ नहीं पहुंची, पर फिर भी कोविड ओवरऑल ਜਿਹੜਾ ਘਟ ਰਿਹਾ ਦੱਸਿਆ ਜਾ ਰਿਹਾ। पर ਕੁਝ ਹਿੱਸਿਆਂ ਦੇ ਵਿੱਚ ਜਾਂ ਕੁਝ ਦੇਸ਼ਾਂ ਦੇ ਵਿੱਚ ਕੋਵਿਡ ਘਟਣ ਦੀ ਬਜਾਏ ਵੱਧ ਰਿਹਾ। ਕੈਨੇਡਾ, ਇੰਡੀਆ, ਅਮਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਕੋਵਿਡ ਦੇ ਕੇਸਿਸ, ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਘਟ ਰਹੀਆਂ ਨੇ, ਨਾ ਦੇ ਬਰਾਬਰ ਨੇੜੇ ਤੇੜੇ ਆ ਰਹੀਆਂ ਨੇ। ਰਸ਼ੀਆ ਦੇ ਵਿੱਚ ਕੋਵਿਡ ਵੱਧ ਰਿਹਾ। ਉਹਨਾਂ ਦੀ ਆਪਣੀ ਸਪੁਟਨਿਕ V ਵੈਕਸੀਨ ਜਿਹੜੀ ਉਹਨਾਂ ਨੇ ਬਣਾਈ ਸੀ, ਇਹਨੂੰ WHO ਨੇ ਮਾਨਤਾ ਤਾਂ ਨਹੀਂ ਦਿੱਤੀ, ਪਰ ਬਾਵਜੂਦ ਉਹ ਵੈਕਸੀਨ ਬਣਾਉਣ ਦੇ, ਉਹਨਾਂ ਦੇ ਡਬਲ ਡੋਜ਼ ਵੈਕਸੀਨ ਲੱਗਣ ਦੇ ਬਾਵਜੂਦ ਵੀ ਉੱਥੇ ਲਗਾਤਾਰ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਤੇ ਨਵੇਂ ਕੋਵਿਡ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ। ਅੱਜ ਖਬਰ ਜਰਮਨੀ ਤੋਂ ਆਈ ਹੈ। ਜਰਮਨੀ ਦੇ ਨੈਸ਼ਨਲ ਡਿਜ਼ੀਜ਼ ਕੰਟਰੋਲ ਸੈਂਟਰ ਇਹ ਦੱਸ ਰਿਹਾ ਆ ਕਿ ਨਵੇਂ ਕਰੋਨਾ ਵਾਇਰਸ ਕੇਸਿਸ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਬੁੱਧਵਾਰ ਜਿਹੜੇ ਉਹਨਾਂ ਦੇ ਦੇਸ਼ ਦੇ ਟੌਪ ਦੇ ਵਾਇਰੋਲੋਜਿਸਟ ਨੇ, ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਇੱਕ ਲੋਕਡਾਊਨ ਹੋਰ ਹੋ ਸਕਦਾ, ਸਾਨੂੰ ਲੋਕਡਾਊਨ ਪੈਣਾ ਹੋ ਸਕਦਾ ਜੇ ਵੈਕਸੀਨੇਸ਼ਨ ਤੇਜ਼ੀ ਨਾਲ ਨਾ ਵਧੀ। 39,676 ਕੇਸ ਉੱਥੇ ਰਜਿਸਟਰ ਕੀਤੇ ਗਏ ਸੀ ਪਹਿਲੇ ਦਿਨ ਦੇ ਵਿੱਚ, ਤੇ 37,120 ਨਵੇਂ ਕੇਸ ਉੱਥੇ ਸ਼ੁੱਕਰਵਾਰ ਨੂੰ ਰਜਿਸਟਰ ਕੀਤੇ ਗਏ ਆ ਕੋਵਿਡ-19 ਦੇ। ਇੰਸਟੀਚਿਊਟ ਇਹ ਕਹਿ ਰਹੀ ਹੈ ਕਿ ਜਰਮਨੀ ਦਾ ਇਨਫੈਕਸ਼ਨ ਰੇਟ ਲਗਾਤਾਰ 232.1 ਨਵੇਂ ਕੇਸਿਸ ਪਰ 100,000 ਪਿਛਲੇ 7 ਦਿਨਾਂ ਦੇ ਵਿੱਚ ਸਾਹਮਣੇ ਆ ਰਿਹਾ, ਕਿ ਲੱਖ ਬੰਦੇ ਪਿਛੇ 232 ਕੇਸ ਪਿਛਲੇ 7 ਦਿਨਾਂ ਦੇ ਵਿੱਚ ਸਾਹਮਣੇ ਆ ਰਹੇ ਆ। ਉਹ ਕਹਿੰਦੇ ਸਾਡੇ ਕੋਲ ਸੱਚਮੁੱਚ ਰੀਅਲ ਐਮਰਜੈਂਸੀ ਸਿਚੁਏਸ਼ਨ ਆ, ਅਸੀਂ ਇਹਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਯਤਨ ਕਰ ਰਹੇ ਹਾਂ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾਵੇ। ਸਰਕਾਰ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਜਿਹੜੇ ਮਰਜ਼ੀ ਸਾਡੀ ਨਹੀਂ ਹੈ ਕਿ ਅਸੀਂ ਲੋਕਡਾਊਨ ਲਾਈਏ, ਪਰ ਫਿਰ ਵੀ ਇਸ ਕਰਕੇ ਲੋਕਾਂ ਨੂੰ ਅਪੀਲ ਵੀ ਬਾਰ-ਬਾਰ ਕਰ ਰਹੇ ਕਿ ਤੁਸੀਂ ਵੈਕਸੀਨ ਲਵਾ ਲਓ। ਪਰ ਫਿਰ ਵੀ ਉਹ ਕਹਿੰਦੇ ਲੱਗਦਾ ਆ ਕਿ ਇੱਕ ਲੋਕਡਾਊਨ ਹੋਰ ਲਾਉਣਾ ਪਊਗਾ। ਬਹੁਤ ਜਰਮਨੀ ਦੇ ਵਿੱਚ ਸਰਕਾਰਾਂ ਨੇ ਮਦਦ ਕੀਤੀ ਹੈ ਲੋਕਾਂ ਦੀ ਲੋਕਡਾਊਨ ਦੇ ਸਮੇਂ ਦੇ ਵਿੱਚ, ਇਸ ਪੈਂਡੈਮਿਕ ਦੇ ਵਿੱਚ, ਪਰ ਹੁਣ ਜੇਕਰ ਲੋਕਡਾਊਨ ਲੱਗਦਾ ਹੈ ਤਾਂ ਬਿਜ਼ਨਸ ਦੇ ਉੱਤੇ ਬਹੁਤ ਮਾੜਾ ਅਸਰ ਪੈ ਸਕਦਾ। ਉਹ ਕਹਿੰਦੇ ਜਿਸ ਤਰ੍ਹਾਂ ਜਿਹੜੀ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਇਹ ਮੁੱਦਾ ਬਾਰ-ਬਾਰ ਬਣਿਆ ਆ, ਤੇ ਇਸ ਐਪੀਡੈਮਿਕ ਨਾਲ ਕਿਸੇ ਨਾ ਕਿਸੇ ਤਰ੍ਹਾਂ ਨਜਿੱਠਣ ਦੇ ਯਤਨ ਸਰਕਾਰਾਂ ਬਾਵਜੂਦ ਇਸ ਗੱਲ ਦੇ ਕਿ ਕੇਸ ਵੱਧ ਰਹੇ ਆ ਉਹ ਕਰ ਰਹੀਆਂ ਆ। ਬਹੁਤ ਸਾਰੇ ਹਸਪੀਟਲ ਦੱਸ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ICU ਦੀ ਲਿਮਿਟਸ ਦੇ ਉੱਤੇ ਕੰਮ ਕਰਨਾ ਪੈ ਰਿਹਾ ਆ, ਤੇ ਜਿਹੜੇ ਕੇਸਿਸ ਆ ਵੱਧ ਰਿਹਾ। 67% ਜਰਮਨੀ ਦੀ ਪਾਪੂਲੇਸ਼ਨ 83 ਮਿਲੀਅਨ ਉੱਥੇ ਲੋਕ ਰਹਿੰਦੇ ਆ ਫੁੱਲੀ ਵੈਕਸੀਨੇਟਡ ਆ। 67% ਇੰਨਾ ਜ਼ਿਆਦਾ ਨੰਬਰ ਨਹੀਂ ਆ ਕਿ ਇਹਨਾਂ ਦੇ ਵਿੱਚ ਹਰਡ ਇਮਿਊਨਿਟੀ ਬਣ ਸਕੇ ਜਾਂ ਕੋਵਿਡ ਦੇ ਕੇਸ ਇੱਥੇ ਘਟ ਸਕਣ। ਬਹੁਤ ਸਾਰੀਆਂ ਦੂਜੀਆਂ ਜਿਹੜੀਆਂ ਯੂਰਪੀਅਨ ਕੰਟਰੀਜ਼ ਆ, ਉੱਥੇ ਸਰਕਾਰਾਂ ਨੇ ਜਿਹੜੀ ਵੈਕਸੀਨ ਆ ਇਹਨੂੰ ਜ਼ਰੂਰੀ ਕਰ ਦਿੱਤਾ ਸੀ, ਪਰ ਇੱਥੇ ਉਹ ਕਹਿੰਦੇ ਅਸੀਂ ਇਹਨੂੰ ਜ਼ਰੂਰੀ ਨਹੀਂ ਕਰ ਰਹੇ। ਪਰ ਫਿਰ ਵੀ ਲੋਕਾਂ ਨੂੰ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਕਿਸੇ ਤਰ੍ਹਾਂ ਵੈਕਸੀਨ ਲਵਾ ਲਓ। ਉਹ ਕਹਿੰਦੇ ਅਸੀਂ ਬੈਡ ਸਿਚੁਏਸ਼ਨ ਦੇ ਵਿੱਚ ਆ। ਜਿਹੜੇ 15 ਮਿਲੀਅਨ ਲੋਕ ਜਿਹੜੇ ਵੈਕਸੀਨੇਟ ਹੋਏ ਆ, ਉਹ ਜਿਹੜੇ ਵੈਕਸੀਨੇਟ ਉੱਥੇ ਹੋਏ ਆ ਉਹਨਾਂ ਦੇ ਕਾਰਨ, ਤੇ ਉਹ ਕਹਿੰਦੇ ਅਸੀਂ ਜਿਹੜੇ ਹੋਰ ਲੋਕ ਆ ਉਹਨਾਂ ਨੂੰ ਵੈਕਸੀਨੇਸ਼ਨ ਕਰਨ ਦੇ ਲਈ ਕਹਿ ਰਹੇ ਆ, ਨਹੀਂ ਤਾਂ ਇਹਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਸਕਦਾ ਆ। ਜਰਮਨੀ ਦੇ ਵਿੱਚ ਜਦੋਂ ਦਾ ਇਹ ਕੋਵਿਡ-19 ਸ਼ੁਰੂ ਹੋਇਆ 96,936 ਲੋਕ ਕੋਵਿਡ-19 ਕਾਰਨ ਆਪਣੀ ਜਾਨ ਗਵਾ ਚੁੱਕੇ ਆ, ਤੇ ਸਰਕਾਰਾਂ ਇਸ ਵੇਲੇ ਇਸ ਗੱਲ ਤੋਂ ਡਰੀਆਂ ਆ ਕਿ ਕਿਤੇ ਇੱਕ ਹੋਰ ਲੋਕਡਾਊਨ ਨਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।